ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਧੁ ਜੈਤ ਕਰ ਜੁਰ ਉਚਾਰਾ, ਆਜ ਦੇਗ ਤੇਲੁ ਭੰਡਾਰਾ। ਸ੍ਰੀ ਦਾਦੂ ਅਸ ਹੁਕਮ ਬਖਾਨਾ, ਆਏ ਜਿਹਾਂ ਸਬਰ ਦੇ ਖਾਨਾ। ਚੌਪਈ ਸਾਧੁ ਜੈਤ ਕਰ ਜੁਰ ਉਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ, ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰਦੁਆਰਾ ਸ਼ਹੀਦਾਂ ਨਗਰ ਤਲਣ ਵਿਖੇ ਆਪਾਂ ਸਾਰੇ ਬੜੇ ਪ੍ਰੇਮ ਦੇ ਨਾਲ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਆਪ ਜੀ ਨੇ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕੀਤਾ ਹੈ, ਗੁਰੂ ਕੀ ਬਾਣੀ ਸਰਵਣ ਕਰਕੇ ਆਨੰਦ ਮਾਣਿਆ ਹੈ। ਜਿਵੇਂ ਸਤਿਗੁਰੂ ਜੀ ਕਿਰਪਾ ਰਹਿਮਤ ਰੋਜ਼ਾਨਾ ਵਰਤਾ ਕੇ ਆਪ ਇੱਕ ਕਥਾ ਦੀ ਸੇਵਾ ਸਤਿਗੁਰੂ ਜੀ ਆਪਾਂ ਨੂੰ ਸਾਰਿਆਂ ਨੂੰ ਵਿਚਾਰਨ ਦਾ ਸਮਾਂ ਬਖਸ਼ ਰਹੇ ਹੈ, ਆਪ ਸੇਵਾ ਕਰਵਾ ਰਹੇ ਹੈ। ਸੋ ਆਓ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਸੁੰਦਰ ਕਥਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰਗੁਣ ਸਰੂਪ ਦੇ ਵਿੱਚ ਵਿਚਰਦਿਆਂ ਹੋਇਆਂ ਦਾ ਜੋ ਇਤਿਹਾਸ ਹੈ, ਜੀਵਨ ਕੌਤਕ ਹਨ। ਸਤਿਗੁਰੂ ਜੀ ਜੀਵਨ ਕੌਤਕਾਂ ਦਾ ਆਨੰਦ ਮਾਣੀਏ। ਸਤਿਗੁਰੂ ਜੀ ਨੇ ਮਿਹਰ ਕੀਤੀ, ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੱਖਣ ਦੇਸ਼ ਦੇ ਵੱਲ ਪਿਆਨਾ ਕੀਤਾ। ਬਹੁਤ ਸਾਰੇ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲੇ। ਭਾਈ ਡੱਲਾ ਸਿੰਘ ਵਰਗੇ ਵੀ ਗਏ, ਭਾਈ ਰਾਮ ਸਿੰਘ ਵੀ ਗਿਆ, ਪਰ ਇਹ ਰਸਤੇ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਦਾ ਸਾਥ ਛੱਡ ਕੇ ਭੱਜ ਆਏ, ਜਿਸ ਕਰਕੇ ਇਹਨਾਂ ਨੇ ਬਹੁਤ ਦੁੱਖ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪੜਾਅ ਦਰ ਪੜਾਅ ਅਗਾਂਹ ਹੋਰ ਸੰਗਤਾਂ ਨੂੰ ਤਾਰਦੇ ਹੋਏ, ਵੱਖ-ਵੱਖ ਅਸਥਾਨਾਂ ਦੇ ਉੱਤੇ ਟਿਕਾਣੇ ਕਰਦੇ ਹੋਏ, ਪੜਾਅ ਕਰਦੇ ਹੋਏ, ਮਜਲਾਂ ਕਰਦੇ ਹੋਏ ਅਗਾਂਹ ਨੂੰ ਦੱਖਣ ਦੇਸ਼ ਵੱਲ ਨੂੰ ਵੱਧਦੇ ਜਾਂਦੇ ਹਨ। ਦੱਖਣ ਦੇਸ਼ ਵੱਲ ਨੂੰ ਵੱਧਦੇ ਜਾਂਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਕੋਈ ਮਲਾਲ ਨਹੀਂ, ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਕਿ ਕਿਹੜਾ ਸਿੰਘ ਮੈਨੂੰ ਛੱਡ ਕੇ ਚਲਿਆ ਗਿਆ, ਕਿਉਂ ਚਲਿਆ ਗਿਆ, ਜਾਂ ਉਹਨੂੰ ਵਾਪਸ ਆਉਣਾ ਚਾਹੀਦਾ। ਹਾਂ, ਜਦੋਂ ਉਹ ਜਾਂਦੇ ਸਨ ਉਦੋਂ ਇੱਕ ਦੋ ਵਾਰ ਪਿਆਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜ਼ਰੂਰ ਸਮਝਾਇਆ। ਸਿੰਘ ਵੀ ਅੱਗੇ ਭੇਜਿਆ ਭਾਈ ਰਾਮ ਸਿੰਘ ਦੇ, ਭਾਈ ਉਹਨੂੰ 3 ਵਾਰ ਕਸਮਾਂ ਦੇ ਦੇ, 3 ਲਕੀਰਾਂ ਖਿੱਚ ਦੇ, ਲਕੀਰਾਂ ਨਾ ਟੱਪੇ, ਪਰ ਉਹ ਨਾ ਮੰਨਿਆ। ਸਿੰਘ ਵਾਪਸ ਜਾ ਕੇ ਦੱਸਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪਣਾ ਕਮਰ ਕਸਾ ਰੁਮਾਲਾ ਖੋਲ੍ਹ ਕੇ ਦਿੰਦੇ ਆ ਜਾ ਕੇ ਉਹਨੂੰ ਉਹਦੇ ਅੱਗੇ ਵਿਛਾ ਦੇ, ਉਹਨੂੰ ਬਚਨ ਕਰੀ, ਇਹਨੂੰ ਗੁਰੂ ਕੀ ਪੱਗ, ਗੁਰੂ ਕੀ ਦਸਤਾਰ ਸਮਝ। ਸਤਿਗੁਰ ਸੱਚੇ ਪਾਤਸ਼ਾਹ ਜੀ ਬਿਲਕੁਲ ਪੱਕਾ ਨਿਰਣਾ ਕਰਨਾ ਚਾਹੁੰਦੇ ਹੈ ਵੀ ਜਾਂ ਤਾਂ ਆ ਜਾਵੇਗਾ ਜਾਂ ਫਿਰ ਸਦਾ ਲਈ ਜਾਂਦਾ ਰਹੇਗਾ। ਪਰ ਗੁਰੂ ਕੀ ਦਸਤਾਰ ਦੀ, ਗੁਰੂ ਕੇ ਰੁਮਾਲੇ ਦੀ ਵੀ ਉਸਨੇ ਪਰਵਾਹ ਨਾ ਕੀਤੀ, ਆਣ ਇੱਜ਼ਤ ਦੀ। ਭਾਈ ਰਾਮ ਸਿੰਘ ਛੱਡ ਕੇ ਚਲਿਆ ਗਿਆ। ਇਉਂ ਕਈ ਹੁੰਦੇ ਆ ਗੁਰਮੁਖ ਪਿਆਰਿਓ, ਕੋਈ ਛੱਡ ਕੇ ਚਲਾ ਜਾਵੇ ਨਾ ਸਾਨੂੰ, ਤੇ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਹ ਸਾਖੀ, ਆਹ ਇਤਿਹਾਸ ਧਿਆਨ ਵਿੱਚ ਰੱਖੀਏ। ਇਹ ਦੁਨੀਆ ਦੇ ਵਿੱਚ ਬਹੁਤ ਆਉਂਦੇ ਆ, ਸਾਡੇ ਨਾਲ ਉਹਨਾਂ ਦੀ ਨੇੜਤਾ ਬਣਦੀ ਹੈ,
ਔਰ ਬਹੁਤ ਸਮਾਂ ਪਾ ਕੇ ਸਮੇਂ ਦੀ ਪ੍ਰਾਲਬਧ ਦੇ ਅਨੁਸਾਰ ਆਪੋ ਆਪਣੇ ਕਰਮ ਹੁੰਦੇ ਹੈ। ਜਿਸਨੇ ਜਿੱਥੇ ਜਿੰਨਾ ਚਿਰ ਦਾਣਾ ਪਾਣੀ ਚੁਗਣਾ ਹੈ, ਉਸ ਤੋਂ ਪਹਿਲਾਂ ਉਹਨੂੰ ਕੋਈ ਤੋੜ ਨਹੀਂ ਸਕਦਾ, ਅਤੇ ਜਦੋਂ ਉਹਦਾ ਅੰਨ ਜਲ ਖਤਮ ਹੋ ਗਿਆ ਉਸ ਤੋਂ ਬਾਅਦ ਉਹਨੂੰ ਕੋਈ ਰੱਖ ਵੀ ਨਹੀਂ ਸਕਦਾ ਹੁੰਦਾ। ਇਉਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਜਿਹੜੇ ਸਿੰਘ ਸੀ, ਜਿੰਨਾ ਸਮਾਂ ਸਤਿਗੁਰੂ ਜੀ ਨੇ ਸੇਵਾ ਇਹਨਾਂ ਦੇ ਭਾਗਾਂ ਕਰਮਾਂ ਵਿੱਚ ਲਿਖੀ, ਇਹਨਾਂ ਨੇ ਕੀਤੀ, ਸਤਿਗੁਰੂ ਜੀ ਦਾ ਸਾਥ ਨਿਭਾਇਆ। ਔਰ ਜਿਸ ਵੇਲੇ ਗੁਰੂ ਘਰ ਦੇ ਵਿੱਚੋਂ ਇਹਨਾਂ ਦਾ ਦਾਣਾ ਪਾਣੀ ਖਤਮ ਹੋ ਗਿਆ, ਉਸ ਵੇਲੇ ਵਾਰੋ ਵਾਰੀ ਸਤਿਗੁਰੂ ਜੀ ਨੂੰ ਕੋਈ ਰਾਤ ਨੂੰ ਹਨੇਰੇ ਦੇ ਵਿੱਚ ਛੱਡ ਕੇ ਭੱਜ ਗਿਆ, ਕੋਈ ਜਾਣ ਬੁੱਝ ਕੇ ਪਿਛਾਂਹ ਰਹਿ ਕੇ ਫਿਰ ਘੋੜੇ ਦੇ ਉੱਤੇ ਚੜ੍ਹ ਕੇ ਭੱਜ ਗਿਆ। ਵਾਰੋ ਵਾਰੀ ਇਹ ਭੱਜਦੇ ਦੌੜਦੇ ਰਹੇ। ਅੱਜ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਇਤਿਹਾਸ ਸਾਨੂੰ ਇਹ ਸੇਧ ਦਿੰਦਾ ਹੈ, ਕਿਉਂਕਿ ਕਈ ਵਾਰ ਹੁੰਦਾ ਹੈ ਸਾਡੇ ਘਰ ਦਾ ਕੋਈ ਜੀਵ, ਕੋਈ ਮੈਂਬਰ, ਬੱਚਾ ਬੱਚੀ ਸਾਨੂੰ ਛੱਡ ਕੇ ਚਲਿਆ ਜਾਂਦਾ, ਜੀ ਮੈਂ ਤਾਂ ਤੁਹਾਡੇ ਤੋਂ ਹਮੇਸ਼ਾ ਲਈ ਦੂਰ ਜਾ ਰਿਹਾ ਹਾਂ। ਤਾਂ ਉਸ ਵੇਲੇ ਵੀ ਗੁਰੂ ਕੇ ਸਿੱਖ ਨੇ ਕਦਾਚਿਤ ਮਨ ਦੇ ਵਿੱਚ ਇਹ ਭਾਵਨਾ ਨਹੀਂ ਲੈ ਕੇ ਆਉਣੀ, ਇਹ ਮਲਾਲ ਨਹੀਂ ਕਰਨਾ, ਮਨ ਨੂੰ ਉਚਾਟ ਨਹੀਂ ਕਰਨਾ ਇਹ ਮੈਨੂੰ ਛੱਡ ਕੇ ਕਿਉਂ ਜਾ ਰਿਹਾ। ਉਸ ਵੇਲੇ ਸਤਿਗੁਰੂ ਜੀ ਦਾ ਭਾਣਾ ਸਮਝਣਾ ਕਿ ਇਹਦਾ ਅੰਨ ਜਲ ਇੰਨਾ ਹੀ ਲਿਖਿਆ ਹੋਇਆ ਸੀ ਸਾਡੇ ਘਰ ਦਾ, ਸੋ ਇਸ ਕਰਕੇ ਇਹ ਛੱਡ ਕੇ ਜਾ ਰਿਹਾ। ਅੱਜ ਵੀ ਜਥਿਆਂ ਦੇ ਵਿੱਚ ਬਹੁਤ ਸਿੰਘ ਆਉਂਦੇ ਹੈ, ਕੋਈ ਸੰਥਿਆ ਕਰਨ ਵਾਲਾ ਆ ਗਿਆ, ਕੋਈ ਕੀਰਤਨ ਸਿੱਖਣ ਵਾਲਾ ਆ ਗਿਆ, ਕੋਈ ਕਥਾ ਵਾਲਾ ਆ ਗਿਆ। ਅਤੇ ਫਿਰ ਜਿਹੜੇ ਸਿਆਣੇ ਸਿੰਘ ਆ ਨਾ, ਜਦੋਂ ਕੋਈ ਇਸ ਤਰ੍ਹਾਂ ਛੱਡ ਕੇ ਚਲਿਆ ਜਾਂਦਾ ਜੱਥੇ ਵਿੱਚੋਂ, ਅਤੇ ਉਹ ਪਰੇਸ਼ਾਨ ਨਹੀਂ ਹੁੰਦੇ, ਆਪਣੇ ਮਨ ਦੇ ਉੱਤੇ ਗੱਲ ਨੂੰ ਨਹੀਂ ਲਾਉਂਦੇ। ਉਹ ਸਮਝਦੇ ਹੈ ਵੀ ਜਿਹੜੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਛੱਡ ਕੇ ਜਾ ਰਹੇ ਹੈ, ਅਤੇ ਸਾਡੇ ਵਰਗੇ ਸਿੱਖਾਂ ਨੂੰ ਛੱਡ ਕੇ ਜਾਣਾ ਇਹਨਾਂ ਵਾਸਤੇ ਕਿੰਨੀ ਕੁ ਵੱਡੀ ਗੱਲ ਹੈ। ਸੋ ਇਸ ਕਰਕੇ ਮਨ ਦੇ ਉੱਤੇ ਗੱਲ ਨੂੰ ਨਹੀਂ ਲਾਉਂਦੇ ਵੀ ਚਲੋ ਭਾਈ ਜਿੰਨਾ ਚਿਰ ਇਹਨਾਂ ਦਾ ਦਾਣਾ ਪਾਣੀ ਹੈ ਇਹਨਾਂ ਨੇ ਚੁਗ ਲਿਆ, ਜਦੋਂ ਨਹੀਂ ਸੀ ਤੇ ਇਹ ਚਲੇ ਗਏ, ਜੇ ਫੇਰ ਲਿਖਿਆ ਹੋਏਗਾ ਤਾਂ ਫੇਰ ਆ ਜਾਣਗੇ। ਸੰਤ ਬਾਬਾ ਅਮਰ ਸਿੰਘ ਜੀ ਕਿਰਤੀ, ਫੱਤਾ ਮਾਲੂਕਾ ਨਗਰ ਹੈ, ਮਾਨਸਾ ਜ਼ਿਲ੍ਹੇ ਦੇ ਵਿੱਚ, ਸਰਦੂਲਗੜ੍ਹ ਦੇ ਨੇੜੇ ਪੈਂਦਾ ਹੈ। ਟਕਸਾਲ ਦੇ ਪੁਰਾਣੇ ਮਹਾਂਪੁਰਖ ਸਨ, ਪੁਰਾਣੇ ਵਿਦਿਆਰਥੀ, ਵੱਡੇ ਮਹਾਂਪੁਰਸ਼ਾਂ ਦੇ। ਉਹਨਾਂ ਦੇ ਜਥੇ ਦੇ ਵਿੱਚ ਵੀ ਬਹੁਤ ਸਾਰੇ ਸਿੰਘ ਐਵੇਂ ਆ ਜਾਇਆ ਕਰਨ, ਕੋਈ ਚਲੇ ਜਾਇਆ ਕਰਨ। ਜਦੋਂ ਤਾਂ ਸਰਦੀ ਸ਼ੁਰੂ ਹੋ ਜਾ ਕਰੇ ਉਦੋਂ ਤਾਂ ਬਹੁਤ ਜਥਾ ਵੱਧ ਜਾਇਆ ਕਰੇ। ਵਿਦਿਆਲਾ ਚੱਲਦਾ ਸੀ, ਹੁਣ ਵੀ ਚੱਲਦਾ ਹੈ। ਬਹੁਤ ਪੜ੍ਹਨ ਆਇਆ ਕਰਨ ਮਹਾਂਪੁਰਖਾਂ ਕੋਲੇ। ਜਦੋਂ ਆ ਵਿਸਾਖੀ ਲੰਘ ਜਾ ਕਰੇ, ਗਰਮੀ ਜੀ ਦਾ ਸਮਾਂ ਹੋ ਜਾ ਕਰੇ, ਉਸ ਵੇਲੇ ਤੁਰਦੇ ਬਣਿਆ ਕਰਨ। ਨਗਰ ਹੈ ਬਹੁਤ ਵੱਡਾ ਫੱਤਾ ਮਾਲੂਕਾ, ਅਤੇ ਉਸ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਦੁੱਧ ਬਹੁਤ ਆਉਂਦਾ ਸੀ। ਇਸ ਕਰਕੇ ਛਕਣ ਛਕਾਉਣ ਵਾਲੇ ਜਿਹੜੇ ਹੁੰਦੇ ਸੀ ਨਾ, ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਉਦੋਂ ਆ ਜਾਣਾ ਜੱਥੇ ਵਿੱਚ। ਅਤੇ ਜਦੋਂ ਗਰਮੀ ਜੀ ਪੈਣੀ ਵੀ ਹੁਣ ਇੱਥੇ ਰਹਿਣਾ ਮੁਸ਼ਕਿਲ ਹੈ, ਦੁੱਧ ਵੀ ਆਉਣਾ ਘਟ ਗਿਆ, ਕਿਉਂਕਿ ਗਰਮੀ ਦੇ ਵਿੱਚ ਤਾਂ ਸਿਆਣੇ ਕਹਿੰਦੇ ਵੀ ਅੱਕਾਂ ਦਾ ਵੀ ਦੁੱਧ ਸੁੱਕ ਜਾਂਦਾ ਹੈ, ਅਤੇ ਮੱਝਾਂ ਗਾਵਾਂ ਦਾ ਤਾਂ ਸੁੱਕ ਹੀ ਜਾਂਦਾ ਹੁੰਦਾ। ਉਹ ਤਾਂ ਫਿਰ ਵੀ ਜਾਨਵਰ ਹੈ, ਜਾਨ ਉਹਨਾਂ ਵਿੱਚ, ਗਰਮੀ ਦਾ ਅਸਰ ਪੈਂਦਾ। ਆ ਜਦੋਂ ਗਰਮੀ ਦੀ ਰੁੱਤ ਸ਼ੁਰੂ ਹੋਇਆ ਕਰੇ ਉਦੋਂ ਜਥਾ ਛੱਡ ਕੇ ਚਲੇ ਜਾਇਆ ਕਰ। ਕਈ ਸਿੰਘ ਮਹਾਂਪੁਰਖਾਂ ਕੋਲੇ ਜਾ ਕੇ ਕਿਹਾ ਕਰਨਾ, ਬਾਬਾ ਜੀ ਆ ਫਲਾਣਾ ਸਿੰਘ ਆਇਆ ਸੀ, ਇਹ ਫੇਰ ਭੱਜ ਗਿਆ ਜਥੇ ਵਿੱਚੋਂ। ਮਹਾਂਪੁਰਖਾਂ ਨੇ ਇੱਕੋ ਹੀ ਵਚਨ ਕਹਿਣਾ, ਸੰਤ ਬਾਬਾ ਅਮਰ ਸਿੰਘ ਜੀ ਕਿਰਤੀ ਨੇ, ਫੱਤਾ ਮਾਲੂਕੇ ਵਾਲਿਆਂ ਨੇ, ਕਹਿੰਦੇ ਭਾਈ ਜਿੰਨਾ ਚਿਰ ਇਹਦਾ ਦਾਣਾ ਪਾਣੀ ਇੱਥੇ ਲਿਖਿਆ ਸੀ ਇਹਨੇ ਚੁਗ ਲਿਆ, ਹੁਣ ਇਹਦਾ ਖਤਮ ਹੋ ਗਿਆ ਤੇ ਚਲੇ ਗਿਆ, ਜੇ ਫੇਰ ਲਿਖਿਆ ਹੋਇਆ ਤਾਂ ਫੇਰ ਆ ਜਾਊਗਾ। ਇਸ ਤਰ੍ਹਾਂ ਜਿਹੜੇ ਸਿਆਣੇ ਸਿੰਘ ਆ ਨਾ, ਉਹ ਗੁਰੂ ਮਹਾਰਾਜ ਦੀਆਂ ਇਹਨਾਂ ਸਾਖੀਆਂ ਤੋਂ, ਇਤਿਹਾਸਕ ਵਾਰਤਾਵਾਂ ਤੋਂ ਇਹ ਸਿੱਖਿਆ ਲੈਂਦੇ ਆ ਕਿ ਸਮੇਂ ਅਨੁਸਾਰ ਹੀ ਹੁੰਦਾ ਸਭ ਕੁਝ। ਕੋਈ ਸਮਾਂ ਇਸ ਤਰ੍ਹਾਂ ਦਾ ਹੁੰਦਾ ਮੇਲ ਮਿਲਾਪ ਵਾਲਾ, ਕੋਈ ਸਮਾਂ ਵਿਛੋੜੇ ਵਾਲਾ। ਸੋ ਸਤਿਗੁਰ ਸੱਚੇ ਪਾਤਸ਼ਾਹ ਵੀ ਇਸ ਸਭ ਕਾਸੇ ਤੋਂ ਬੇਪਰਵਾਹ ਪੁਸ਼ਕਰ ਤੀਰਥ ਦੇ ਉੱਤੋਂ ਦੀ ਹੁੰਦਿਆਂ ਹੋਇਆ ਮਹੰਤ ਜੈਤ ਰਾਮ ਦੇ ਡੇਰੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਨੇੜੇ ਪਹੁੰਚ ਕੇ ਦਾਦੂ ਦੁਆਰੇ ਦੇ ਕੋਲ ਆਸਣ ਲਾ ਲਿਆ ਸਤਿਗੁਰੂ ਜੀ ਨੇ। ਨਾਰਾਇਣਾ ਨਗਰ ਹੈ ਜੈਪੁਰ ਰਿਆਸਤ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਸਣ ਲਾਇਆ।
ਬਹੁਤ ਸਾਰੇ ਸਿੰਘ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਲ ਦੇ ਵਿੱਚ ਸੀ। ਕੁਝ ਘੋੜਿਆਂ ਦੇ ਵਾਸਤੇ ਹਰੇ ਚਾਰੇ ਦਾ ਪ੍ਰਬੰਧ ਕਰਨ ਚਲੇ ਗਏ, ਕੁਝ ਬਾਲਣ ਲਿਆਉਣ ਵਾਸਤੇ ਗੁਰੂ ਕਾ ਲੰਗਰ ਤਿਆਰ ਕਰਨਾ। ਕੁਝ ਕੁ ਸਿੰਘਾਂ ਨੇ ਸੋਚਿਆ ਵੀ ਆ ਸਾਹਮਣੇ ਧਰਮ ਅਸਥਾਨ ਹੈ, ਕੋਈ ਬਣਿਆ ਹੋਇਆ ਸੁੰਦਰ ਡੇਰਾ, ਇੱਥੇ ਜਾ ਕੇ ਦਰਸ਼ਨ ਕਰ ਲੈਂਦੇ ਹਾਂ। ਤਾਂ ਉਹ ਸਿੰਘ ਉੱਥੇ ਚਲੇ ਗਏ। ਉੱਥੇ ਦਾ ਜਿਹੜਾ ਮੁਖੀ ਮਹੰਤ ਸੀ ਉਸ ਵੇਲੇ ਦਾਦੂ ਪੰਥੀਆਂ ਦੀ ਗੱਦੀ ਦੇ ਉੱਤੇ, ਉਹਦਾ ਨਾਮ ਸੀ ਮਹੰਤ ਜੈਤ ਰਾਮ। ਇਹ ਜਿਹੜੇ ਦਾਦੂ ਪੰਥੀ ਹੈ, ਇਹ ਕਬੀਰ ਪੰਥੀਆਂ ਦੇ ਵਿੱਚੋਂ ਹੀ ਸ਼ਾਖਾ ਨਿਕਲੀ ਹੋਈ ਹੈ। ਅੱਗੇ ਇਹਨਾਂ ਵਿੱਚੋਂ ਸੰਤ ਗਰੀਬਦਾਸ ਹੋਇਆ, ਉਹਨਾਂ ਦਾ ਅੱਗੇ ਮੰਡਲੀ ਜਿਹੜੀ ਗਰੀਬਦਾਸ ਸੀ ਇਹ ਕਹਾਉਂਦੀ ਹੈ। ਔਰ ਜਿਹੜੇ ਇਹ ਸੰਤ ਦਾਦੂ ਰਾਮ ਜੀ ਸੀ, ਚੰਗੇ ਮਹਾਪੁਰਸ਼ ਸੀ, ਕਰਨੀ ਕਮਾਈ ਵਾਲੇ। ਇਹਨਾਂ ਨੇ ਆਪਣੀ ਬਾਣੀ ਵੀ ਉਚਾਰਨ ਕੀਤੀ, ਗ੍ਰੰਥ ਵੀ ਲਿਖਿਆ। ਸੋ ਇਹਨਾਂ ਦੀ ਬਾਣੀ ਦੀ ਉਪਾਸਨਾ ਕਰਨ ਵਾਸਤੇ ਬਹੁਤ ਸਾਰੇ ਸੈਂਕੜੇ ਸਾਧੂ ਇਹ ਡੇਰੇ ਵਿੱਚ ਰਹਿੰਦੇ ਹੈ। ਮਹੰਤ ਜੈਤ ਰਾਮ ਜਿਹੜਾ ਕਿ ਦਾਦੂ ਜੀ ਦੀ ਗੱਦੀ ਦੇ ਉੱਤੇ ਹੈ, ਸੰਤ ਦਾਦੂ ਰਾਮ ਜੀ ਇਹ 5ਵੇਂ ਪਾਤਸ਼ਾਹ ਵੇਲੇ ਹੋਏ ਹੈ, ਅਹਿਮਦਾਬਾਦ ਵੱਲੋਂ ਆਏ ਸਨ ਔਰ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਸੀ, ਚੰਗੀ ਧਰਮਾਤਮਾ ਰੂਹ ਸੀ। ਔਰ ਅੱਗੇ ਮਹੰਤ ਜੈਤ ਰਾਮ ਇਹ ਵੀ ਬੜਾ ਅਜ਼ਮਤਬਾਨ ਸ਼ਕਤੀਆਂ ਵਾਲਾ ਸੀ, ਪਰ ਹੰਕਾਰੀ ਨਹੀਂ ਸੀ, ਹੁੱਛਾ ਨਹੀਂ ਸੀ। ਸੋ ਜਿਸ ਕਰਕੇ ਆਏ ਗਏ ਸਾਧੂ ਮਹਾਤਮਾ ਦਾ ਸਤਿਕਾਰ ਕਰਨਾ। ਸਿੰਘ ਜਦੋਂ ਦੇਖੇ ਇਹਨੇ ਡੇਰੇ ਵਿੱਚ ਫਿਰਦੇ ਤਾਂ ਉਹਨਾਂ ਨੂੰ ਪੁੱਛਦਾ ਹੈ ਕਿ ਕੌਣ ਸਾਧੂ ਮਹਾਤਮਾ ਲੋਕ ਇੱਥੇ ਆ ਕੇ ਉਤਰੇ ਹੋਏ ਹੈ, ਕਿੱਥੋਂ ਆਏ ਹੈ ਤੇ ਕਿੱਥੇ ਨੂੰ ਜਾ ਰਹੇ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਿੰਘਾਂ ਨੇ ਦੱਸੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਦੇ ਵਾਸੀ, ਜਿਨ੍ਹਾਂ ਨੇ ਰਾਜਧਾਨੀ ਆਨੰਦਪੁਰ ਸਾਹਿਬ ਬਣਾਈ ਸੀ ਆਪਣੀ, ਉਹ ਆਏ ਹੈ। ਤੁਰਕਾਂ ਨੇ ਅਕਾਰਨ ਵੈਰ ਖੜਾ ਕੀਤਾ, ਬਹੁਤ ਜੰਗਾਂ ਹੋਈਆਂ, ਆਨੰਦਪੁਰ ਸਾਹਿਬ ਦੇ ਵਿੱਚ ਵੀ ਹੋਈਆਂ। ਉਸ ਤੋਂ ਬਾਅਦ ਸਰਸਾ ਦੇ ਉੱਤੇ ਪਰਿਵਾਰ ਵਿਛੜਿਆ। ਚਮਕੌਰ ਦੀ ਗੜ੍ਹੀ ਦੇ ਵਿੱਚ 10 ਲੱਖ ਤੋਂ ਵੱਧ ਦੀਨ ਇਮਾਨ ਤੋਂ ਗਰਕੇ ਹੋਏ ਲੋਕਾਂ ਦੇ ਨਾਲ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਸਤਿਗੁਰੂ ਜੀ ਦੇ ਪ੍ਰਾਣਾਂ ਤੋਂ ਪਿਆਰੇ ਸਿੰਘ ਔਰ 2 ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਉਸ ਤੋਂ ਬਾਅਦ ਸਤਿਗੁਰੂ ਜੀ ਮਾਲਵੇ ਵਿੱਚ ਆ ਗਏ, ਮੁਕਤਸਰ ਸਾਹਿਬ ਦੀ ਜੰਗ ਹੋਈ। ਉਹ ਜੰਗ ਫਤਿਹ ਕਰਕੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਮਾਲਵੇ ਵਿੱਚ ਠਹਿਰੇ ਹੈ। ਉੱਥੋਂ ਚੱਲ ਕੇ ਹੁਣ ਦੱਖਣ ਦਿਸ਼ਾ ਵੱਲ ਨੂੰ ਚੱਲੇ। ਜਦੋਂ ਆਹ ਸਾਰੀਆਂ ਗੱਲਾਂ ਸੁਣੀਆਂ ਵੀ ਐਡੇ ਬਲੀ ਸੂਰਮੇ ਜਿਨ੍ਹਾਂ ਨੇ ਇੰਨੀਆਂ 10-10 ਲੱਖ ਫੌਜਾਂ ਦਾ ਮੁਕਾਬਲਾ ਕੀਤਾ, ਮਹੰਤ ਜੈਤ ਰਾਮ ਦੇ ਮਨ ਵਿੱਚ ਹੋਰ ਵੀ ਸ਼ਰਧਾ ਪਰਪੱਕ ਹੋ ਗਈ। ਆਪਣੇ ਨਾਲ ਦੇ ਸਾਧੂ ਮਹਾਤਮਾ ਨੂੰ ਆਵਾਜ਼ਾਂ ਮਾਰਦਾ ਹੈ, ਉਹ ਸਾਧੂ ਆਓ, ਅੱਜ ਖੁਦ ਖੁਦਾ ਸਾਡੇ ਡੇਰੇ ਦੇ ਨੇੜੇ ਆ ਕੇ ਬੈਠਾ, ਦਰਸ਼ਨ ਕਰੀਏ। ਦਰਸ਼ਨ ਕਰਨ ਦੇ ਲਈ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਸ਼੍ਰੀ ਮਹੰਤ ਜਾਣ ਕੇ ਆਦਰ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾ ਲਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਵਿਚਾਰ ਗੋਸ਼ਟੀ ਕਰਦੇ ਆ, ਵਿਚਾਰ ਚਰਚਾ ਸਾਧੂ ਮਹਾਤਮਾ ਦੀ ਆਪਸ ਦੇ ਵਿੱਚ ਚੱਲ ਪੈਂਦੀ ਹੈ। ਰੱਬ ਦੇ ਨਾਮ ਦੀ ਜਦੋਂ ਬੰਦਗੀ ਵਾਲੇ ਮਿਲਣ, ਇਕੱਠੇ ਹੋਣ, ਸ਼ਰਾਬੀ ਮਿਲਣਗੇ ਤਾਂ ਉਹਨਾਂ ਨੇ ਸ਼ਰਾਬ ਦੀ, ਨਸ਼ਿਆਂ ਦੀ ਗੱਲ ਕਰਨੀ। ਖਿਡਾਰੀ ਮਿਲਣਗੇ, ਉਹਨਾਂ ਨੇ ਗੱਲ ਖੇਡਾਂ ਦੀ ਕਰਨੀ ਹੈ। ਜੁਆਰੀ ਮਿਲਣਗੇ, ਉਹਨਾਂ ਨੇ ਗੱਲ ਜੂਏ ਦੀ ਕਰਨੀ ਹੈ। ਖੇਤੀਬਾੜੀ ਵਾਲੇ ਮਿਲਣਗੇ, ਉਹਨਾਂ ਨੇ ਇਹ ਪੁੱਛਣਾ ਵੀ ਸੁਣਾ ਫਸਲਵਾੜੀ ਦਾ ਕੀ ਹਾਲ ਹੈ, ਕਿਹੜਾ ਬੀਜ ਪਾਇਆ ਇਸ ਵਾਰੀ, ਕਿੰਨੀ ਡਾਇਆ ਪਾ ਦਿੱਤੀ, ਕਿੰਨੀ ਯੂਰੀਆ ਪਾ ਦਿੱਤੀ, ਕਿੰਨੇ ਪਾਣੀ ਲਾਤੇ, ਪੱਤਾ ਲਪੇਟ ਤਾਂ ਨਹੀਂ ਹੋਇਆ ਪਿਆ, ਸੁੰਡੀ ਤਾਂ ਨਹੀਂ ਪੈ ਗਈ। ਇਹ ਗੱਲਾਂ ਕਰਦੇ ਆਪਸ ਵਿੱਚ। ਔਰ ਜਦੋਂ ਰੱਬ ਦੀ ਬੰਦਗੀ ਵਾਲੇ ਆਪਸ ਵਿੱਚ ਮਿਲਦੇ ਆ ਤਾਂ ਉਹਨਾਂ ਨੇ ਫਿਰ ਰੱਬ ਦੀ ਹੀ ਗੱਲ ਕਰਨੀ ਹੁੰਦੀ ਹੈ। ਧਰਮ ਦੇ ਸਿਧਾਂਤਾਂ ਦੀ ਗੱਲ ਚੱਲ ਪਈ। ਮਹੰਤ ਜੈਤ ਰਾਮ ਜੀ ਦੱਸਦੇ ਆ, ਜਾਣਸਾਰ ਪਹਿਲਾਂ ਤਾਂ ਇਹਨੇ ਮਹੰਤ ਜੈਤ ਰਾਮ ਨੇ ਸਤਿਗੁਰੂ ਜੀ ਦੇ ਕੋਲ ਬੈਠਣ ਸਾਰ ਅਫਸੋਸ ਕੀਤਾ, ਜੀ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੁਹਾਨੂੰ ਆਨੰਦਪੁਰ ਛੱਡਣਾ ਪਿਆ। ਜੋ ਰਸਮ ਦੇ ਮੁਤਾਬਕ ਬਣਦਾ ਵੀ ਹੈ, ਜਾ ਕੇ ਪੁੱਛਣਾ ਦੱਸਣਾ। ਇਹਨੇ ਇਹ ਰਸਮ ਪੂਰੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਾਨੂੰ ਕੋਈ ਫਰਕ ਨਹੀਂ, ਜੋ ਕੁਝ ਵੀ ਹੋ ਗਿਆ, ਪਰ ਸਾਡਾ ਖਾਲਸਾ ਹਲੇ ਵੀ ਚੜ੍ਹਦੀ ਕਲਾ ਵਿੱਚ ਹੈ ਔਰ ਇਹਨਾਂ ਤੁਰਕਾਂ ਦਾ ਤਾਂ ਅਸੀਂ ਨਾਸ਼ ਕਰ ਦੇਣਾ। ਇਹ ਮਹੰਤ ਜੈਤ ਰਾਮ ਕਿਉਂਕਿ ਇਹ ਵੈਸ਼ਨੋ ਸਾਧੂ ਸੀ, ਬਹੁਤ ਹੀ ਅਹਿੰਸਾ ਨੂੰ ਮੰਨਣ ਵਾਲੇ, ਕਿਸੇ ਪ੍ਰਕਾਰ ਦੀ ਹਿੰਸਕ ਗਤੀਵਿਧੀ ਨਹੀਂ ਇਹਨਾਂ ਦੇ ਡੇਰੇ ਦੇ ਵਿੱਚ ਹੁੰਦੀ ਸੀ ਔਰ ਨਾ ਹੀ ਇਹਨਾਂ ਦਾ ਐਸਾ ਮਤ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ
ਇਹ ਦੱਸਦੇ ਆ, ਕਹਿੰਦੇ ਜੀ ਠੀਕ ਹੈ ਤੁਰਕ ਜਿਹੜੇ ਮੁਗਲ ਆ, ਜਰਵਾਣੇ ਆ, ਉਹਨਾਂ ਦਾ ਰਾਜ ਹੈ, ਪਰ ਇਸ ਦੁਨੀਆ ਵਿੱਚ ਜੇ ਰਹਿਣਾ ਹੋਵੇ ਨਾ ਤੇ ਨੀਵੇਂ ਹੋ ਕੇ ਵੀ ਦਿਨ ਕੱਟਣਾ ਪੈਂਦਾ, ਕਈ ਵਾਰੀ ਸਮਾਂ ਲੰਘਾਉਣਾ ਪੈਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸਿਧਾਂਤ ਦੱਸਿਆ ਕਿ ਸਾਡੇ ਜਿਹੜੇ ਸੰਤ ਦਾਦੂ ਰਾਮ ਜੀ ਹੈ ਨਾ, ਉਹਨਾਂ ਨੇ ਇਹ ਬਚਨ ਉਚਾਰਨ ਕੀਤੇ ਹੈ ਕਿ ਜੇ ਕੋਈ ਤੁਹਾਡੇ ਢੀਮ ਮਾਰਦਾ, ਕੱਚੀ ਇੱਟ ਮਾਰਦਾ ਜਾਂ ਇੱਟ ਮਾਰਦਾ, ਪੱਕੀ ਇੱਟ ਮਾਰਦਾ ਤੁਹਾਡੇ, ਤਾਂ ਫਿਰ ਵੀ ਤੁਸੀਂ ਉਹਦਾ ਗੁੱਸਾ ਨਹੀਂ ਕਰਨਾ। ਇਉਂ ਸਮਝਣਾ ਵੀ ਇਹਨੇ ਸਾਨੂੰ ਫੁੱਲ ਦਿੱਤਾ, ਸਾਡੇ ਸਿਰ ਦੇ ਉੱਤੇ ਫੁੱਲ ਰੱਖਿਆ, ਤੇ ਚੁੱਪ ਕਰਕੇ ਪਾਸਾ ਵੱਟ ਕੇ ਉਹਨੂੰ ਸਿਰ ਤੇ ਚੜਾ ਲੈਣਾ ਚਾਹੀਦਾ। ਭਾਵ ਉਹਦੇ ਨਾਲ ਕੋਈ ਲੜਾਈ ਝਗੜਾ, ਉਹਨੂੰ ਕੋਈ ਜਵਾਬ ਨਹੀਂ ਦੇਣਾ ਚਾਹੀਦਾ ਅੱਗੋਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸਦੇ ਆ, ਕਹਿੰਦੇ ਭਾਈ ਇਹ ਸਮਾਂ ਜਿਹੜਾ ਸੀ ਨਾ, ਇਹ ਅਸੀਂ ਵੀ ਪਹਿਲਾਂ ਸ਼ਾਂਤੀ ਬਣਾ ਕੇ ਰੱਖੀ ਗੁਰੂ ਘਰ ਦੇ ਵਿੱਚ, ਪਰ ਜਦੋਂ ਇਹਨਾਂ ਦੁਸ਼ਟਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ, ਇਹਨਾਂ ਦਾ ਮਨ ਫੇਰ ਨਾ ਰੱਜਿਆ। ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ। ਫਿਰ ਛੇਵੇਂ ਪਾਤਸ਼ਾਹ ਨੇ ਸ਼ਸਤਰ ਚੁੱਕਿਆ, ਅਕਾਲ ਤਖਤ ਸਾਨੂੰ ਬਖਸ਼ਿਆ। ਫਿਰ ਉਹਨਾਂ ਨੇ ਫੌਜ ਦੀ ਭਰਤੀ ਕੀਤੀ ਹੈ, ਸ਼ਸਤਰ ਘੋੜੇ ਇਤਿਆਦਿਕ ਗੁਰੂ ਘਰ ਦੇ ਵਿੱਚ ਉਹਨਾਂ ਨੇ ਰੱਖਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਸਮਾਂ ਥੋੜ੍ਹਾ ਜਿਹਾ ਸ਼ਾਂਤੀ ਨਾਲ ਲੰਘ ਗਿਆ। ਫਿਰ ਇਹਨਾਂ ਦੁਸ਼ਟਾਂ ਨੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ। ਜ਼ਬਰਦਸਤੀ ਹਿੰਦੂਆਂ ਦਾ ਧਰਮ ਤਬਦੀਲ ਕਰਨ ਲੱਗ ਪਏ, ਔਰ ਇਹਨਾਂ ਨੇ ਬਹੁਤ ਜਦੋਂ ਉਪਦਰਵ ਮਚਾ ਦਿੱਤਾ ਤੇ ਸਤਿਗੁਰੂ ਜੀ ਨੂੰ ਕੁਰਬਾਨੀ ਦੇਣੀ ਪਈ, ਬਲੀਦਾਨ ਦੇਣਾ ਪਿਆ। ਸੀਸ ਕੁਰਬਾਨ ਕਰਕੇ ਜਾਮੇ ਸ਼ਹਾਦਤ ਸਤਿਗੁਰੂ ਜੀ ਨੇ ਪ੍ਰਾਪਤ ਕੀਤੀ। ਸਤਿਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਵੀ ਇਹ ਟਿਕੇ ਨਹੀਂ। ਅਸੀਂ ਆਪਣੀ ਮੁੱਲ ਲੈ ਕੇ ਜਗ੍ਹਾ ਆਨੰਦਪੁਰ ਸਾਹਿਬ ਵਸਾਇਆ ਸੀ ਸਾਡੇ ਗੁਰੂ ਪਿਤਾ ਜੀ ਨੇ, ਪਰ ਉਹ ਵੀ ਖੋਹਣ ਵਾਸਤੇ ਆ ਗਏ। ਚਲੋ ਅਸੀਂ ਖਾਲਸੇ ਦਾ ਹੁਕਮ ਮੰਨ ਕੇ ਉਹ ਵੀ ਛੱਡ ਦਿੱਤਾ, ਪਰ ਇਹ ਦੀਨ ਇਮਾਨ ਤੋਂ ਕਰਕੇ ਹੋਏ ਲੋਕ ਫੇਰ ਸਾਡੇ ਪਿੱਛੇ ਚੜ੍ਹ ਆਏ। ਸਾਡੇ ਪਿੱਛੋਂ ਵਾਰ ਕੀਤਾ। ਸਰਸਾ ਨਦੀ ਚੜੀ ਹੋਈ ਸੀ, ਚਮਕੌਰ ਗਏ ਤਾਂ ਉੱਥੇ 10 ਲੱਖ ਫੌਜ ਇਕੱਠੀ ਹੋ ਕੇ ਆ ਗਈ। ਸਰਹੰਦ ਵਾਲਾ ਵਜੀਦਾ ਉਹ ਸੂਬਾ ਫੌਜਾਂ ਚੜ੍ਹਾ ਲੈ ਆਇਆ, ਦਿੱਲੀ ਦੀਆਂ ਫੌਜਾਂ ਚੜ੍ਹ ਆਈਆਂ, ਕੁਝ ਪਹਾੜੀ ਰਾਜੇ ਨਾਲ ਰਲ ਗਏ। ਇਸੇ ਤਰ੍ਹਾਂ ਲਾਹੌਰ ਦਾ ਜ਼ੇਰਦਸਤ ਉਹ ਫੌਜਾਂ ਚੜ੍ਹਾ ਕੇ ਲੈ ਆਇਆ। ਸੋ ਇਹਨਾਂ ਨੇ ਬਹੁਤ ਉਪਦਰਵ ਕੀਤਾ। ਇਸ ਕਰਕੇ ਅਸੀਂ ਹੁਣ ਇਹਨਾਂ ਦੀ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਚਾਹੁੰਦੇ ਹਾਂ। ਅਸੀਂ ਆ ਖਾਲਸਾ ਬੜਾ ਬਲੀ ਸੂਰਮਾ ਇਸ ਧਰਤੀ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਪ੍ਰਗਟ ਕਰ ਦਿੱਤਾ ਹੈ। ਮਹਾਰਾਜ ਸਾਡਾ ਤਾਂ ਇਹੀ ਸਿਧਾਂਤ ਹੈ ਵੀ ਜੇ ਕੋਈ ਗਲਤੀ ਕਰ ਵੀ ਦੇਵੇ, ਤੁਹਾਡੇ ਤੇ ਕੋਈ ਵਧੀਕੀ ਕਰ ਦਿੰਦਾ, ਤਾਂ ਉਹਨੂੰ ਖਿਮਾ ਕਰ ਦੇਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਨਿਰਵਿਰਤੀ ਵਾਲੇ, ਜਿਨ੍ਹਾਂ ਨੇ ਕੋਈ ਬਹੁਤਾ ਪਸਾਰਾ ਨਹੀਂ ਪਸਾਰਿਆ ਹੋਇਆ, ਉਹਨਾਂ ਸਾਧੂ ਮਹਾਤਮਾ ਦਾ, ਸੰਤ ਜੀ ਤੁਹਾਡਾ ਇਹ ਮਤ ਠੀਕ ਹੈ, ਅਸੀਂ ਗਲਤ ਨਹੀਂ ਕਹਿੰਦੇ, ਪਰ ਜਿਹੜੇ ਧਰਮ ਦੇ ਰੱਖਿਅਕ ਸੂਰਮੇ ਖਾਲਸਾ ਅਸੀਂ ਪੈਦਾ ਕੀਤਾ ਨਾ, ਇਹ ਅਸੀਂ ਇਹਨਾਂ ਨੂੰ ਸਿਧਾਂਤ ਥੋੜ੍ਹਾ ਜਿਹਾ ਹਟ ਕੇ ਤੁਹਾਡੇ ਨਾਲੋਂ, ਇਹ ਕਿਉਂਕਿ ਪ੍ਰਵਿਰਤੀ ਬਿਰਤੀ ਵਾਲੇ ਹੈ, ਇਹਨਾਂ ਨੇ ਪਸਾਰਾ ਪਸਾਰਨਾ, ਆਪਣਾ ਰਾਜ ਭਾਗ ਕਾਇਮ ਕਰਨਾ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਇਹ ਸਿਧਾਂਤ ਦੇ ਦਿੱਤਾ ਹੈ, ਦਾਦੂ ਸਮਾਂ ਵਿਚਾਰਕ ਹੈ ਕਲਕਾ ਲੀਜੈ ਪਾਏ, ਜੇ ਕੋ ਮਾਰੈ ਈਟ ਢੇਮ ਪਾਥਰ ਹਨੈ ਰਸਾਏ। ਜੇ ਤੁਹਾਡੇ ਕੋਈ ਕੱਚਾ ਰੋੜਾ ਜਾਂ ਪੱਕੀ ਇੱਟ ਮਾਰਦਾ ਹੈ ਤਾਂ ਗਾਂਹ ਤੋਂ ਜਾ ਕੇ ਉਹਦੇ ਸਿਰ ਵਿੱਚ ਪੱਥਰ ਮਾਰੋ, ਉਹਨੂੰ ਤਕੜਾ ਜਵਾਬ ਦਿਓ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਨਾਲ ਬਚਨ ਵਿਲਾਸ ਕਰ ਰਹੇ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਵੇਂ ਬੜੇ ਪ੍ਰੇਮ ਦੇ ਨਾਲ ਇਹਨਾਂ ਨੇ ਹੋਰ ਵੀ ਬਚਨ ਵਿਲਾਸ ਕੀਤੇ। ਸਾਰੇ ਸਾਧੂ ਮਹਾਤਮਾ ਵੀ ਬੈਠੇ ਸੁਣ ਰਹੇ ਆ, ਖਾਲਸਾ ਵੀ, ਦੋਵੇਂ ਦਿਸ਼ਾਵਾਂ ਦਾ, ਦੋਵੇਂ ਪੱਖਾਂ ਦੀ ਗੱਲ ਸਤਿਗੁਰੂ ਜੀ ਨੇ ਐਨ ਬਿਲਕੁਲ ਕਲੀਅਰ ਕਰ ਦਿੱਤੀ। ਜਿਵੇਂ ਅੱਗੇ ਬਚਨ ਆ ਰਹੇ ਹਨ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਧ ਜੈਤ ਕਰ ਜੋਰ ਉਚਾਰਾ। ਇਹ ਸਾਧੂ ਜਿਹੜੇ ਮਹੰਤ ਜੈਤ ਰਾਮ ਜੀ ਸਨ, ਇਹਨਾਂ ਨੇ ਆਪਣੇ ਕਰ ਕਹੀਏ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਦੇ ਆਜ ਦੇਖ ਤੇਰਿਓ ਭੰਡਾਰਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਵਡੇਰੇ ਸੰਤ ਦਾਦੂ ਰਾਮ ਜੀ, ਉਹ ਸਾਨੂੰ ਇਹ ਵੀ ਉਪਦੇਸ਼ ਕਰਕੇ ਗਏ ਹੈ
ਵੀ ਜੇ ਕੋਈ ਤੁਹਾਡੇ ਡੇਰੇ ਆ ਜਾਏ ਇੱਥੇ ਤਾਂ ਉਹਨੂੰ ਕਦੇ ਭੁੱਖਾ ਨਾ ਜਾਣ ਦਿਓ, ਉਹਨੂੰ ਅੰਨ ਪਾਣੀ ਜ਼ਰੂਰ ਛਕਾ ਕੇ ਭੇਜਿਓ। ਤੇ ਇਸ ਕਰਕੇ ਤੁਸੀਂ ਕਿਰਪਾ ਕਰੋ, ਜੇ ਤਾਂ ਸਾਡਾ ਤਿਆਰ ਕੀਤਾ ਹੋਇਆ ਭੋਜਨ ਪ੍ਰਸ਼ਾਦਾ ਸਿੰਘ ਛਕ ਲੈਣਗੇ ਤਾਂ ਅਸੀਂ ਉੱਥੇ ਡੇਰੇ ਵਿੱਚ ਤਿਆਰ ਕਰ ਲੈਂਦੇ ਹਾਂ, ਤੇ ਜੇ ਆਪ ਤਿਆਰ ਕਰਨਾ ਚਾਹੁੰਦੇ ਆ ਤਾਂ ਸਾਡੇ ਡੇਰੇ ਦੇ ਵਿੱਚੋਂ ਰਸਦਾਂ ਬਸਤਾਂ ਲੈ ਆਉਣ। ਸ੍ਰੀ ਦਾਦੂ ਅਸ਼ੋਕ ਮਮਖਾਨਾ ਸਾਨੂੰ ਇਹ ਹੁਕਮ ਸਾਡੇ ਵਡੇਰੇ ਮਹਾਤਮਾ ਸੰਤ ਦਾਦੂ ਰਾਮ ਜੀ ਨੇ ਹੁਕਮ ਕੀਤਾ ਹੈ ਆਏ ਜਿਨ੍ਹਾਂ ਸਭਨ ਦੇ ਖਾਨਾ ਕਿ ਜਿਹੜਾ ਵੀ ਇੱਥੇ ਆਵੇ ਕੋਈ ਭੁੱਖਾ ਨਾ ਜਾਵੇ, ਸਭ ਨੂੰ ਖਾਣਾ ਦਿਓ, ਸਭ ਨੂੰ ਭੋਜਨ ਛਕਾਓ। ਜਾਂਦੇ ਰੀਜੈ ਭਾਉ ਹਮਾਰੂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਾਡੀ ਭਾਵਨਾ ਪੂਰੀ ਕਰੋ, ਆਪ ਜੀ ਸਾਡਾ ਨਿਉਂਦਾ ਕਬੂਲ ਕਰੋ। ਦਲ ਜੁਲ ਕੀਜੈ ਅੰਗੀਕਾਰ ਸਾਰੇ ਦਲ ਦੇ ਸਮੇਤ ਸਾਡੀ ਆ ਸੇਵਾ ਅੰਗੀਕਾਰ ਕਰੋ, ਸਾਡੀ ਸੇਵਾ ਪ੍ਰਵਾਨ ਕਰੋ ਭੋਜਨ ਪ੍ਰਸ਼ਾਦੇ ਦੀ। ਸੁਣ ਪ੍ਰਭੂ ਜੀ ਸੁਣ ਕੈ ਮੁਸਕਾਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਹੰਤ ਜੈਤ ਰਾਮ ਦੀ ਆ ਗੱਲ ਸੁਣ ਕੇ ਵੀ ਇਹ ਵੈਸ਼ਨੋ ਸਾਧੂ ਹੈ, ਤਾਂ ਸਤਿਗੁਰੂ ਜੀ ਹੁਣ ਇਹ ਪ੍ਰੀਖਿਆ ਲੈਣ ਲੱਗੇ ਐ। ਗੱਲ ਸੁਣ ਕੇ ਉਹਦੀ ਮੁਸਕਰਾ ਪਏ। ਉਹਨੂੰ ਪਤਿਆਉਣ ਵਾਸਤੇ, ਉਹਦੀ ਪ੍ਰੀਖਿਆ ਲੈਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਸੰਤ ਜੀ ਸਾਨੂੰ ਤਾਂ ਤੁਸੀਂ ਭੋਜਨ ਛਕਾ ਦਿਓਗੇ, ਘੋੜਿਆਂ ਨੂੰ ਵੀ ਨਿਹਾਰੀਆਂ ਦੇ ਦਿਓਗੇ, ਛੋਲੇ ਤੁਹਾਡੇ ਦੇਸ਼ ਵਿੱਚ ਬਹੁਤ ਹੁੰਦੇ ਐ ਇੱਥੇ, ਪਰ ਸਾਡੇ ਨਾਲ ਕਹਿੰਦੇ ਬਾਜ ਵੀ ਹੈ, ਤੇ ਬਾਜ ਤਾਂ ਤੁਹਾਨੂੰ ਪਤਾ ਵੀ ਮਾਸਖੋਰਾ ਜੀਵ ਹੈ, ਉਹਨੂੰ ਮਾਸ ਹੀ ਛਕਾਉਣਾ ਪੈਂਦਾ। ਤੇ ਮਹੰਤ ਜੀ ਸਾਡੇ ਨਾਲ ਬਾਜ ਹੈ, ਉਹਨਾਂ ਦੇ ਭੋਜਨ ਦਾ ਕਿਵੇਂ ਕਰੋਗੇ, ਤੁਸੀਂ ਤਾਂ ਵੈਸ਼ਨੋ ਹੋ। ਕਿਉਂਕਿ ਅਸੀਂ ਵੀ ਨਹੀਂ ਕੁਝ ਛਕਿਆ, ਲੰਮੇ ਸਫ਼ਰ ਤੋਂ ਆਏ ਆ, ਤੇ ਨਾ ਸਾਡੇ ਬਾਜਾਂ ਨੂੰ ਕੋਈ ਤਾਮਾ ਮਾਸ ਸਿੰਘਾਂ ਨੇ ਛਕਾਇਆ ਹਾਲੇ ਤੱਕ, ਉਹ ਬਾਜ ਵੀ ਸਾਡੇ ਭੁੱਖੇ ਹਨ। ਸਤਿਗੁਰੂ ਜੀ ਕਹਿੰਦੇ ਜੇ ਸਾਨੂੰ ਔਰ ਸਿੰਘਾਂ ਨੂੰ ਭੋਜਨ ਛਕਾਉਣਾ ਨਾ, ਕਹਿੰਦੇ ਪਹਿਲਾਂ ਸਾਡੇ ਬਾਜਾਂ ਨੂੰ ਤ੍ਰਿਪਤ ਕਰੋ, ਇਹਨਾਂ ਨੂੰ ਭੋਜਨ ਛਕਾ ਕੇ ਰਜਾ ਦਿਓ। ਉਸ ਤੋਂ ਬਾਅਦ ਫਿਰ ਸਾਨੂੰ ਰਸਤਾ ਵਸਤਾਂ ਦੇ ਦਿਓ। ਜਦੋਂ ਸਾਧ ਨੇ ਆ ਗੱਲ ਸੁਣੀ ਨਾ, ਮਹੰਤ ਜੈਤ ਰਾਮ ਨੇ, ਵੀ ਸਤਿਗੁਰੂ ਜੀ ਕਹਿੰਦੇ ਪਹਿਲਾਂ ਸਾਡੇ ਬਾਜਾਂ ਨੂੰ ਭੋਜਨ ਛਕਾਓ, ਮਨ ਦੇ ਵਿੱਚ ਗੱਲ ਆਈ ਵੀ ਅਸੀਂ ਵੈਸ਼ਨੋ, ਬਾਜਾਂ ਨੇ ਮਾਸ ਖਾਣਾ ਹੈ, ਤੇ ਮਨ ਇਹਦਾ ਦੁਚਿੱਤੀ ਦੇ ਵਿੱਚ ਪੈ ਗਿਆ, ਦੁਬਧਾ ਵਿੱਚ ਪੈ ਗਿਆ। ਕਹਿੰਦਾ ਇਹ ਤਾਂ ਅਣਬਣੀ ਗੱਲ ਹੋ ਗਈ, ਵੀ ਕਿਸ ਤਰ੍ਹਾਂ ਬਣ ਆਵੇਗਾ, ਕਿਵੇਂ ਇੰਤਜ਼ਾਮ ਕਰੀਏ। ਸਾਡੇ ਧਰਮ ਵਿੱਚ, ਸਾਡੇ ਮਤ ਦੇ ਵਿੱਚ ਤਾਂ ਇਹ ਹਿੰਸਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਅਹਿੰਸਾ ਦੇ ਪੁਜਾਰੀ ਹਾਂ, ਸ਼ਾਂਤੀ ਦੂਤ ਹਾਂ। ਤੇ ਜਿਹੜੇ ਬਾਜ ਹੈ ਇਹ ਮਾਸਖੋਰਾ ਜੀਵ ਹੈ, ਇਹ ਤਾਂ ਮਾਸ ਤੋਂ ਬਿਨਾਂ ਰੱਜਦੇ ਨਹੀਂ। ਮਹੰਤ ਜੈਤ ਰਾਮ ਮਨ ਵਿੱਚ ਸੋਚਦਾ ਹੈ ਵੀ ਇਹ ਗੱਲ ਸਤਿਗੁਰੂ ਜੀ ਕਿਹੜਾ ਨਹੀਂ ਜਾਣਦੇ ਵੀ ਅਸੀਂ ਵੈਸ਼ਨੋ ਆ, ਸਾਡੇ ਡੇਰੇ ਕੋਈ ਮਾਸ ਅੰਦਰ ਵੜਦਾ ਹੀ ਨਹੀਂ, ਤੇ ਅਸੀਂ ਮਾਸ ਨੂੰ ਕਿਵੇਂ ਹੱਥ ਲਾਵਾਂਗੇ, ਕਿਵੇਂ ਛਕਾਵਾਂਗੇ। ਸਤਿਗੁਰੂ ਜੀ ਵੀ ਇਹ ਗੱਲ ਭਲੀ ਭਾਂਤ ਜਾਣਦੇ ਹਨ, ਪਰ ਕਹਿੰਦਾ ਇਹ ਗੱਲ ਕੀ ਹੋਈ, ਸਤਿਗੁਰ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਹੋਏ ਵੀ ਸਾਡੇ ਤੋਂ ਚਾਹੁੰਦੇ ਆ ਵੀ ਇਹ ਸਾਡੇ ਬਾਜਾਂ ਨੂੰ ਭੋਜਨ ਛਕਾਉਣ, ਭਾਵ ਮਾਸ ਲਿਆਉਣ। ਮਹੰਤ ਜੈਤ ਰਾਮ ਸਿਆਣਾ ਸੀ, ਚੰਗਾ ਮਹਾਤਮਾ ਸੀ, ਸਤਿਗੁਰੂ ਜੀ ਦੇ ਮਨ ਦੀ ਗੱਲ ਉਹਨੇ ਜਾਣ ਲਈ। ਕਹਿੰਦਾ ਸ਼ਾਇਦ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਪਰਖਣ ਹੇਤ ਹੀ ਇਸ ਤਰ੍ਹਾਂ ਕੋਈ ਕੌਤਕ ਵਰਤਾ ਰਹੇ ਹਨ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਇਹ ਮਹੰਤ ਜੈਤ ਰਾਮ ਇਸ ਤਰ੍ਹਾਂ ਕਹਿੰਦਾ ਹੈ, ਸਮਝ ਕੇ ਨਾ ਇਹ ਸਾਰੀ ਗੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਬਾਜ ਹੈ ਉਹਨਾਂ ਦੇ ਅੱਗੇ ਅੱਜ ਅਸੀਂ ਬੇਨਤੀ ਕਰ ਲਵਾਂਗੇ, ਉਹਨਾਂ ਦੇ ਅੱਗੇ ਵੀ ਅੱਜ ਤੁਸੀਂ ਸੰਤਾਂ ਦਾ ਕਿਹਾ ਮੰਨ ਲਓ, ਅੱਜ ਸਾਧਾਂ ਦੀ ਮਰਜ਼ੀ ਮੰਨ ਲਵੋ, ਵੀ ਤੁਸੀਂ ਮਾਸ ਤਾਂ ਰੋਜ਼ ਹੀ ਖਾਂਦੇ ਹੋ, ਅੱਜ ਸਾਧਾਂ ਦਾ ਨਾ ਇਹ ਬਾਜਰੀ ਚੀਣਾ
ਅੱਜ ਤੁਸੀਂ ਮੋਠ ਬਾਜਰੀ ਹੀ ਪ੍ਰਵਾਨ ਕਰੋ। ਅੰਨ ਸੰਗ ਤ੍ਰਿਪਤਾਮੋ ਸਾਰੇ। ਤੇ ਅੰਨ ਦੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬਾਜਾਂ ਨੂੰ ਰਜਾ ਦੇਵਾਂਗੇ। ਬਾਲ ਵਿਖਿਆ ਆਪਹਾਰੀ। ਉਸ ਤੋਂ ਬਾਅਦ ਮਹਾਰਾਜ ਤੁਹਾਡਾ ਬਚਨ ਜਦੋਂ ਪੂਰਾ ਹੋ ਜਾਏਗਾ, ਤੁਹਾਡੇ ਬਾਜ ਰੱਜ ਜਾਣਗੇ, ਫਿਰ ਆਪ ਜੀ ਵੀ ਭੋਜਨ ਛਕ ਲੈਣਾ। ਸੁਨਤ ਸਾਰਥੇ ਗੁਰੂ ਉਚਾਰਾ। ਸੰਤ ਜੈਤ ਰਾਮ ਤੋਂ, ਮਹੰਤ ਜੈਤ ਰਾਮ ਤੋਂ ਇਹ ਬਚਨ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਮਨ ਵੀ ਮਾਨੇ ਕਰੇ ਆਰਾ। ਸਤਿਗੁਰੂ ਜੀ ਕਹਿੰਦੇ ਭਾਈ ਠੀਕ ਹੈ ਸੰਤ ਜੀ, ਵੀ ਜੇ ਤੁਸੀਂ ਸਾਡੇ ਬਾਜਾਂ ਨੂੰ ਰਜਾ ਦੋਗੇ ਤੇ ਉਸ ਤੋਂ ਬਾਅਦ ਅਸੀਂ ਵੀ ਛਕ ਲਵਾਂਗੇ ਭੋਜਨ। ਸੁਨ ਕੇ ਸਾਧ ਦੇਵ ਹਰ ਖਾਈ। ਸਾਧੂ ਇਹ ਸੁਣ ਕੇ ਬੜੇ ਖੁਸ਼ ਹੋ ਕੇ ਚਲੇ ਗਏ। ਤਿਆਰੀ ਕਰੀ ਸਗਲ ਬਿਦੈ ਜਾਏ। ਸਾਰੇ ਤਰੀਕਿਆਂ ਦੇ ਨਾਲ ਭੋਜਨ ਪ੍ਰਸ਼ਾਦਾ ਜਾ ਕੇ ਤਿਆਰ ਕੀਤਾ ਚੰਗੀ ਤਰ੍ਹਾਂ। ਪਿਛੇ ਸਿੰਘ ਪਰਸ ਪਰ ਮਿਲ ਕਰ। ਇੱਧਰ ਪਿੱਛੇ ਜਿਹੜੇ ਸਿੰਘ ਸੀ ਸਾਰੇ ਆਪਸ ਵਿੱਚ ਮਿਲ ਕੇ ਕਰਿਓ ਵਿਵੇਕ ਵਿਚਾਰ ਰਹਿਤ ਧਰ। ਸਾਰਿਆਂ ਨੇ ਇਹਨਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ ਰਹਿਤ ਮਰਿਆਦਾ ਦੀ। ਸ੍ਰੀ ਸਤਿਗੁਰ ਦੇ ਸੰਗ ਉਚਾਰੇ। ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਜਬ ਆਏ ਤੁਮ ਦਾਦੂ ਦੁਆਰੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਾਂ ਆ ਦਾਦੂ ਦੁਆਰੇ ਪਹੁੰਚੇ ਐ ਤੇ ਆਪ ਜੀ ਆਏ ਹੋ ਇੱਥੇ। ਨਮੋ ਕਮਾਨ ਸਾਧ ਤੁਮ ਕੀਨੀ। ਮਹਾਰਾਜ ਉਸ ਵੇਲੇ ਅਸੀਂ ਇੱਕ ਚੀਜ਼ ਨੋਟ ਕੀਤੀ, ਇੱਕ ਗੱਲ ਵੱਲ ਸਾਡਾ ਧਿਆਨ ਗਿਆ ਵੀ ਤੁਸੀਂ ਆਪਣੀ ਕਮਾਨ ਨੂੰ ਝੁਕਾ ਕੇ ਦਾਦੂ ਦੁਆਰੇ ਵੱਲ ਨਮਸਕਾਰ ਕੀਤੀ। ਰਹਿਤ ਬਹੀਨ ਖਾਲਸੇ ਚੀਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕੋਈ ਕਿਸੇ ਕਬਰ ਨੂੰ, ਕਿਸੇ ਮੱਟ ਨੂੰ ਇਉਂ ਮੱਥਾ ਟੇਕਦਾ ਹੈ, ਸੀਸ ਝੁਕਾਉਂਦਾ ਅੰਮ੍ਰਿਤਧਾਰੀ ਸਿੰਘ, ਤੇ ਕਹਿੰਦੇ ਉਹ ਤਾਂ ਰਹਿਤ ਤੋਂ ਹੀਣਾ ਹੋ ਜਾਂਦਾ ਹੈ, ਕੁਰੈਤੀਆ ਹੋ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਵੀ ਇਹ ਗਲਤੀ ਕੀਤੀ ਹੈ ਤੇ ਹੁਣ ਤੁਹਾਡੇ ਵਾਸਤੇ ਵੀ ਦੰਡ ਤੁਹਾਨੂੰ ਭਰਨਾ ਚਾਹੀਦਾ, ਤੁਹਾਨੂੰ ਸਜ਼ਾ ਲੱਗਣੀ ਚਾਹੀਦੀ ਹੈ। ਇਹੀ ਉਚਿਤ, ਇਹੀ ਯੋਗ ਹੈ। ਸਦਾ ਅਪੂਰ ਆਪ ਫਰਮਾਊ। ਤੇ ਦੂਜੇ ਪਲ ਸਿੰਘ ਨਾਲ ਹੀ ਵਚਨ ਕਰਦੇ ਆ, ਗੁਰੂ ਮਹਾਰਾਜ ਦੇ ਉੱਤੇ ਸ਼ਰਧਾ ਵੀ ਹੈ ਵੀ ਗੁਰੂ ਮਹਾਰਾਜ ਇਉਂ ਕਰ ਨਹੀਂ ਸਕਦੇ, ਕਿਉਂਕਿ ਇਹਨਾਂ ਨੂੰ ਮਰਿਆਦਾ ਨੂੰ ਬਣਾਉਣ ਵਾਲੇ ਆਪ ਹੈ ਤੇ ਗੁਰੂ ਮਹਾਰਾਜ ਨੂੰ ਕਿਹੜਾ ਕੁਝ ਭੁੱਲਿਆ ਹੋਇਆ ਹੈ। ਇਹ ਇਸ ਤਰ੍ਹਾਂ ਕਰ ਨਹੀਂ ਸਕਦੇ ਜਿਨ੍ਹਾਂ ਨੇ ਸਾਨੂੰ ਉਪਦੇਸ਼ ਦਿੱਤਾ ਹੋਵੇ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਜਿਸ ਸਤਿਗੁਰੂ ਨੇ ਸਾਨੂੰ ਆ ਰਹਿਤ ਮਰਿਆਦਾ ਬਖਸ਼ੀ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਅਭੁੱਲ ਹਨ, ਕਦੇ ਭੁੱਲ ਨਹੀਂ ਸਕਦੇ। ਬਖਸ਼ੋ ਜਗ ਔਗਣ ਸਮੁਦਾਈ। ਮਹਾਰਾਜ ਸੱਚੇ ਪਾਤਸ਼ਾਹ ਤਾਂ ਭੁੱਲਿਆ ਹੋਇਆਂ ਦੇ ਸੰਸਾਰ ਦੇ ਵਿੱਚ ਸਾਰਿਆਂ ਦੇ ਔਗਣ ਬਖਸ਼ਦੇ ਹਨ। ਨਿਰੋ ਖਾਲਸੇ ਤੇ ਬਖਸ਼ਾਏ। ਮਹਾਰਾਜ ਜਿਵੇਂ ਤੁਸੀਂ ਭੁੱਲਿਆ ਹੋਇਆਂ ਦੀਆਂ ਗਲਤੀਆਂ ਬਖਸ਼ਦੇ ਹੋ ਨਾ, ਜਿਹੜੀ ਸਾਨੂੰ ਲੱਗੀ ਹੈ ਦੇਖ ਕੇ ਵੀ ਤੁਹਾਡੀ ਗਲਤੀ ਹੈ, ਤੁਸੀਂ ਨਮਸਕਾਰ ਕੀਤੀ ਹੈ, ਆਪਣੀ ਉਹ ਗਲਤੀ ਤੁਸੀਂ ਵੀ ਖਾਲਸਾ ਪੰਥ ਤੋਂ ਬਖਸ਼ਾ ਲਵੋ। ਵਿਵੇਕ ਕੋ ਭਏ ਪ੍ਰਸੰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੰਘਾਂ ਦੀ ਇਹ ਸਿਆਣੀ ਗੱਲ ਸੁਣ ਕੇ, ਗਿਆਨਵਾਨਾਂ ਦੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ, ਕਿਉਂਕਿ ਗੁਰੂ ਮਹਾਰਾਜ ਥੋੜੇ ਕਦੇ ਭੁੱਲ ਸਕਦੇ ਆ। ਸਿੰਘਾਂ ਨੂੰ ਸਮਝਾਉਣ ਵਾਸਤੇ, ਖਾਲਸੇ ਦੀ ਪਰਖ ਕਰਨ ਵਾਸਤੇ ਸਤਿਗੁਰੂ ਜੀ ਇਹ ਕੌਤਕ ਵਰਤਾ ਰਹੇ। ਜਿੱਥੇ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਅਰਪਣ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਹੁਕਮ ਕੀਤਾ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। 11ਵੇਂ ਗੁਰੂ 10 ਪਾਤਸ਼ਾਹੀਆਂ ਤੋਂ ਬਾਅਦ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੈ, ਉੱਥੇ 12ਵੀਂ ਜਗ੍ਹਾ ਖਾਲਸਾ ਪੰਥ ਨੂੰ ਵੀ ਗੱਦੀ ਦਿੱਤੀ ਹੈ ਸਤਿਗੁਰੂ ਨੇ। ਸਾਡਾ ਸਰੀਰ ਪੰਥ ਵਿੱਚ ਤੇ ਆਤਮਾ ਗ੍ਰੰਥ ਵਿੱਚ, ਇਹ ਕਲਗੀਧਰ ਪਾਤਸ਼ਾਹ ਜੀ ਦੇ ਵਚਨ। ਜਿਸ ਵੇਲੇ ਸਤਿਗੁਰੂ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਆਉਂਦੇ ਆ, ਉਸ ਵੇਲੇ ਵੀ ਪੰਜ ਪਿਆਰਿਆਂ ਦਾ ਪੰਥ ਦਾ ਹੀ ਹੁਕਮ ਮੰਨਿਆ ਨਾ, ਪੰਥ ਦਾ ਹੀ ਹੁਕਮ ਮੰਨ ਕੇ ਸਤਿਗੁਰੂ ਜੀ ਨੇ, ਚਾਹੇ ਉਹਨਾਂ ਸਿੰਘਾਂ ਨੇ ਬੇਨਤੀ ਰੂਪ ਵਿੱਚ ਹੀ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਜਾਣਾ ਚਾਹੀਦਾ ਹੈ। ਆਪ ਜੀ ਨੇ ਪੰਜਾਂ ਨੂੰ ਇਹ ਅਖਤਿਆਰ ਦਿੱਤਾ, ਇਹ ਅਧਿਕਾਰ ਦਿੱਤਾ ਵੀ ਬਚਨ ਨਹੀਂ ਟਾਲੇਗਾ ਕੋਈ ਵੀ ਸਿੱਖ, ਤੇ ਆਪ ਜੀ ਵੀ ਅੰਮ੍ਰਿਤਧਾਰੀ ਸਿੰਘ ਹੋ। ਪੰਜ ਪਿਆਰਿਆਂ ਨੇ ਇਹ ਮਤਾ ਬਣਾਇਆ, ਮਹਾਰਾਜ ਆਪ ਜੀ ਇਹ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਗਏ। ਤੇ ਉਸ ਵੇਲੇ ਵੀ ਖਾਲਸਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਆਏ ਆ, ਖਾਲਸੇ ਨੂੰ ਹੀ ਆਪਣੀ ਕਲਗੀ ਦਸਤਾਰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਆਏ ਆ।
ਨੰਗੇ ਚਰਨੀ ਆਇਆ ਜੋੜਾ ਲਾ ਕੇ। ਨੰਗੇ ਚਰਨੀ ਆਉਣ ਦਾ ਇੱਕ ਭਾਵ ਇਹ ਵੀ ਹੈ ਵੀ ਖਾਲਸੇ ਪੰਥ ਦੇ ਬਚਨ ਨੂੰ ਸਤਿਗੁਰੂ ਜੀ ਨੇ ਨੰਗੇ ਪੈਰੀਂ ਪ੍ਰਵਾਨ ਕੀਤਾ। ਆਪਾਂ ਕਹਿੰਦੇ ਜੀ ਫਲਾਣਾ ਬੰਦਾ ਤਾਂ ਮੇਰੀ ਇੰਨੀ ਮੰਨਦਾ ਜੇ ਮੈਂ ਕਹਿੰਦਾ ਨੰਗੇ ਪੈਰੀ ਚੱਲ ਕੇ ਆਊਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਪੰਥ ਦੇ ਹੁਕਮ ਦਾ ਸਤਿਕਾਰ ਕੀਤਾ ਵੀ ਨੰਗੇ ਚਰਨੀ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਆਏ। ਸੋ ਖਾਲਸਾ ਪੰਥ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਬਖਸ਼ਿਸ਼ ਕੀਤੀ ਹੈ। ਜਦੋਂ ਗੁਰੂ ਕੀ ਤਾਬਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਪੰਜ ਪਿਆਰੇ ਗੁਰਮਤਾ ਕਰਨ, ਉਹਨੂੰ ਗੁਰੂ ਕਾ ਹੁਕਮ ਜਾਣਨਾ ਹੈ। ਗੁਰੂ ਗ੍ਰੰਥ ਅਤੇ ਗੁਰੂ ਪੰਥ, ਇਸੇ ਕਰਕੇ ਆਪਾਂ ਇਹ ਦੋ ਸ਼ਬਦ ਵਰਤਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹੁਣ ਇਹ ਸਿੰਘ ਖਾਲਸਾ ਪੰਥ ਦੀ ਹੈਸੀਅਤ ਦੇ ਵਿੱਚ ਕਹਿ ਰਹੇ ਹੈ, ਮਹਾਰਾਜ ਆਪ ਜੀ ਸਾਰੇ ਸੰਸਾਰ ਦੇ ਔਗਣ ਬਖਸ਼ਦੇ ਹੋ ਤੇ ਅੱਜ ਆਪ ਜੀ ਨੇ ਇਹ ਭੁੱਲ ਕੀਤੀ ਹੈ, ਦਾਦੂ ਦੁਆਰੇ ਵੱਲ ਕਮਾਨ ਨੂੰ ਝੁਕਾ ਕੇ ਨਮਸਕਾਰ ਕੀਤੀ ਹੈ ਤੇ ਇਸ ਕਰਕੇ ਆਪ ਜੀ ਵੀ ਖਾਲਸੇ ਤੋਂ ਆਪਣੀ ਇਹ ਭੁੱਲ ਬਖਸ਼ਾ ਲਓ। ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਦੇ ਇਹ ਵਿਵੇਕ ਵਾਲੇ ਗਿਆਨ ਵਾਲੇ ਵਚਨ ਸੁਣ ਕੇ ਬੜੇ ਪ੍ਰਸੰਨ ਹੋਏ। ਕਹਿਓ ਕਿ ਗੁਰੂ ਖਾਲਸਾ ਧੰਨ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਕੇ ਕਹਿੰਦੇ ਵਾਹ ਬਈ ਵਾਹ, ਖਾਲਸਾ ਪੰਥ ਧੰਨਤਾ ਦੇ ਯੋਗ ਹੈ, ਧੰਨ ਹੈ ਖਾਲਸਾ। ਮਹਾਰਾਜ ਨੇ ਇਉਂ ਬਚਨ ਕੀਤੇ। ਨਾਲ ਹੀ ਦੱਸ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਜਿਹੜੀ ਆ ਨਮਸਕਾਰ ਕੀਤੀ ਸੀ, ਸਿਰ ਝੁਕਾਇਆ ਨਾ ਇੱਧਰ ਨੂੰ, ਇਹ ਤੁਹਾਨੂੰ ਪਰਖਣ ਹੇਤ ਹੀ ਕੀਤਾ ਹੈ। ਔਰ ਇਤਿਹਾਸ ਦੇ ਕਈ ਗ੍ਰੰਥਾਂ ਵਿੱਚ ਕਈ ਸਾਧੂ ਮਹਾਤਮਾ ਦਾ ਐਸਾ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਮਹਾਰਾਜ ਉਸ ਵੇਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਸੀ, ਸੰਪੂਰਨਤਾ ਹੋਈ ਤੇ ਗੁਰੂ ਮਹਾਰਾਜ ਨੇ ਝੁਕ ਕੇ, ਜਿੱਦਾਂ ਆਪਾਂ ਪਾਠ ਕਰਕੇ ਝੁਕ ਕੇ ਫਤਿਹ ਬੁਲਾ ਦਿੰਦੇ ਆ ਨਾ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਫਤਿਹ ਬੁਲਾਈ ਪਾਠ ਦੀ ਸਮਾਪਤੀ। ਪਰ ਫਿਰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਖਾਲਸੇ ਦੇ ਅੱਗੇ। ਇਹ ਨਹੀਂ ਕਿਹਾ ਵੀ ਮੈਂ ਨਹੀਂ ਇਸ ਤਰ੍ਹਾਂ ਕੀਤਾ ਸੀ, ਜਾਂ ਇਹ ਗੱਲ ਨਹੀਂ ਪ੍ਰਗਟ ਕਰਕੇ ਦੱਸੀ ਵੀ ਮੈਂ ਉਸ ਵੇਲੇ ਸੁਖਮਨੀ ਸਾਹਿਬ ਦਾ ਪਾਠ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਠੀਕ ਆ ਭਾਈ, ਅਸੀਂ ਜੋ ਇਹ ਨਮਸਕਾਰ ਕੀਤੀ ਹੈ ਨਾ, ਇਹ ਇੱਕ ਤਰ੍ਹਾਂ ਦੇ ਨਾਲ ਖਾਲਸੇ ਦੀ ਪਰਖ ਹੈ, ਤੁਹਾਨੂੰ ਪਰਖਣ ਵਾਸਤੇ ਹੀ ਕੀਤਾ। ਅਸੀਂ ਕਹਿੰਦੇ ਇਹ ਜਾਣਨਾ ਚਾਹੁੰਦੇ ਸੀ ਵੀ ਸਿੰਘ ਪੂਰਨ ਪ੍ਰਪੱਕ ਹੈ, ਰਹਿਤ ਮਰਿਆਦਾ ਵਿੱਚ ਸੁਚੇਤ ਆ, ਸਾਵਧਾਨ ਹੈ ਜਾਂ ਅਵੇਸਲੇ ਹਨ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਜੀ ਤੁਸੀਂ ਤਨਖਾਹ ਲਾ ਸਕਦੇ ਹੋ। ਗੁਰੂ ਘਰ ਦੇ ਵਿੱਚ ਜਦੋਂ ਕਿਸੇ ਨੂੰ ਕੋਈ ਦੰਡ ਦੇਣਾ ਹੁੰਦਾ ਨਾ, ਉਸ ਵੇਲੇ ਵੀ ਇਹ ਨਹੀਂ ਕਿਹਾ ਜਾਂਦਾ ਤੈਨੂੰ ਸਜ਼ਾ ਦਿੱਤੀ ਜਾ ਰਹੀ ਹੈ, ਤੈਨੂੰ ਦੰਡ ਦਿੱਤਾ ਜਾ ਰਿਹਾ। ਉਸ ਵੇਲੇ ਵੀ ਸਨਮਾਨਜਨਕ ਸ਼ਬਦ ਤਨਖਾਹ ਵਰਤਿਆ ਜਾਂਦਾ, ਇਹਨੂੰ ਤਨਖਾਹ ਲਾਈ ਜਾਣੀ, ਘਿਰਣਾ ਨਹੀਂ ਕਿਸੇ ਨਾਲ। ਹਾਂ ਠੀਕ ਹੈ, ਜੋ ਗਲਤੀ ਹੋਈ ਹੈ, ਜੇ ਕੋਈ ਉਹਨੂੰ ਮਨ ਦੇ ਵਿੱਚੋਂ ਪੂਰੀ ਤਰ੍ਹਾਂ ਮੰਨ ਕੇ ਵੀ ਹਾਂ ਪਛਤਾਤਾਪ ਕਰਦਾ ਮੇਰੇ ਤੋਂ ਇਹ ਗਲਤੀ ਹੋਈ ਹੈ, ਤਾਂ ਫਿਰ ਵੀ ਉਹਨੂੰ ਜਿਹੜੀ ਸਜ਼ਾ ਲਾਈ ਜਾਂਦੀ ਹੈ, ਕਿਹਾ ਜਾਂਦਾ ਕਿ ਤਨਖਾਹ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਤਨਖਾਹ ਲਾ ਸਕਦੇ ਹੋ, ਤਨਖਾਹ ਮੇਰੇ ਤੋਂ ਲੈ ਸਕਦੇ ਹੋ। ਜਿਹੜੀ ਸਜ਼ਾ ਹੋਵੇਗੀ ਆਵਾਜ਼ ਦਿਓ, ਬੋਲ ਕੇ ਦੱਸੋ ਕੀ ਤਨਖਾਹ ਲਾਉਂਦੇ ਹੋ। ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਰਹਿਤ ਦੇ ਵਿੱਚ ਹਮੇਸ਼ਾ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਹੈ। ਉਸ ਵੇਲੇ ਪੰਜ ਸਿੰਘਾਂ ਦੇ ਵਿੱਚੋਂ ਅੱਗੇ ਆ ਗਏ, ਚੁਣ ਲਏ ਉਹਨਾਂ ਨੇ ਵੀ ਆਹ ਪੰਜ ਪਿਆਰੇ ਜਿਹੜੇ ਸਤਿਗੁਰੂ ਜੀ ਨੂੰ ਤਨਖਾਹ ਲਾਉਣਗੇ। ਉਹਨਾਂ ਵਿੱਚੋਂ ਇੱਕ ਪਹਿਲਾ ਸਿੰਘ ਜਿਹੜਾ ਸ਼ਸਤਰ ਧਾਰੀ, ਤਿਆਰ ਬਰ ਤਿਆਰ, ਉਹ ਆ ਕੇ ਕਹਿਣ ਲੱਗਾ 5000 ਦਿਓ ਤਨ ਬੈਰੀ। ਕਹਿੰਦਾ ਮਹਾਰਾਜ ਤੁਹਾਨੂੰ 5000 ਰੁਪਈਆ ਤਨਖਾਹ ਲਾਈ ਜਾਂਦੀ ਹੈ। ਤੇ ਕਹਿੰਦਾ ਇਹ ਵੀ ਨਹੀਂ ਤੁਸੀਂ ਬਹਾਨਾ ਕਰੋ ਵੀ ਅਸੀਂ ਫੇਰ ਦੇਣੀ ਹੈ, ਅਬੈ ਹੁਣੇ ਕਹਿੰਦਾ ਇਸ ਵੇਲੇ 5000 ਰੁਪਈਆ ਰੱਖੋ। ਜਦੋਂ ਆਹ ਵਚਨ ਸੁਣਿਆ ਦੂਜੇ ਸਿੰਘ ਨੇ ਨਾਲ ਦੀ ਨਾਲ ਹੀ ਕਹਿ ਦਿੱਤਾ, ਕਹਿੰਦਾ ਖਾਲਸਾ ਜੀ ਇੰਨੀ ਤਨਖਾਹ ਨਹੀਂ ਲਾਈ ਦੀ ਹੁੰਦੀ, ਇਹ ਤਾਂ ਬਹੁਤ ਵੱਡੀ ਰਕਮ ਹੈ, 5000 ਰੁਪਈਆ ਉਸ ਵੇਲੇ ਦਾ। ਕਹਿਣ ਲੱਗਾ ਤੁਸੀਂ ਇਹ ਬਹੁਤਾ ਧਨ ਆਖ ਦਿੱਤਾ ਹੈ, ਤੁਹਾਨੂੰ ਚਾਹੀਦਾ ਸੀ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ 500 ਰੁਪਇਆ ਤਨਖਾਹ ਲਾਉਂਦੇ। ਇਹ ਬੋਲ ਕੇ ਆਖੋ ਵੀ 500 ਰੁਪਇਆ ਤਨਖਾਹ ਲਾਈ ਜਾਂਦੀ ਹੈ। ਉਸ ਵੇਲੇ ਤੀਜਾ ਸਿੰਘ ਕੋਲੋਂ ਬੋਲ ਪਿਆ, ਕਹਿਣ ਲੱਗਾ ਕਹਿੰਦਾ ਖਾਲਸਾ ਜੀ 500 ਰੁਪਇਆ ਵੀ ਆਪਾਂ ਜ਼ਿਆਦਾ ਕਹਿ ਦਿੱਤਾ ਹੈ, ਸਾਨੂੰ ਤਾਂ ਇਸ ਤੋਂ ਬਹੁਤ ਥੋੜਾ ਕਹਿਣਾ ਚਾਹੀਦਾ ਹੈ।
ਉਹਨਾਂ ਵਿੱਚੋਂ ਫਿਰ ਚੌਥਾ ਜਿਹੜਾ ਸਿੰਘ ਸੀ ਉਹ ਸਾਰਿਆਂ ਨੂੰ ਸੁਣਾ ਕੇ ਕਹਿੰਦਾ, ਆਪਸ ਵਿੱਚ ਵਿਚਾਰ ਕੀਤੀ। ਗੁਰ ਬਿਗ ਧਨ ਕੀ ਨਹੀਂ ਪ੍ਰਵਾਹੂ। ਉਹ ਕਹਿੰਦਾ 5000 ਰੁਪਈਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀ ਹੈ, ਕਿੰਨਾ ਕੁ ਹੈ? ਸਤਿਗੁਰ ਸੱਚੇ ਪਾਤਸ਼ਾਹ ਕੋਲੇ ਕਿਹੜਾ ਕੋਈ ਧਨ ਦੀ ਕਮੀ ਹੈ। ਪੰਚਮ ਕਹੈ 5 ਲੱਖ ਲਾਵੋ। ਪੰਜਵਾਂ ਫਿਰ ਥੋੜਾ ਜਿਹਾ ਗੁੱਸੇ ਵਿੱਚ ਆ ਗਿਆ। ਆਪਸੀ ਜਦੋਂ ਸਿੰਘ ਮਤਾ ਕਰਦੇ ਆ ਤੇ ਫਿਰ ਕਈ ਵਾਰੀ ਕੋਈ ਤੱਤਾ ਬੋਲ ਗਿਆ, ਕੋਈ ਠੰਡਾ ਬੋਲ ਗਿਆ। ਪੰਜਵਾਂ ਕਹਿੰਦਾ ਇਸ ਤਰ੍ਹਾਂ ਕਰੋ ਵੀ ਜੇ ਤੁਸੀਂ ਕਹਿੰਦੇ ਆ ਨਾ ਵੀ ਗੁਰੂ ਕੋਲੇ ਧਨ ਦੀ ਕੋਈ ਕਮੀ ਨਹੀਂ, ਫਿਰ 5000 ਵੀ ਕਾਹਨੂੰ ਕਹਿਣਾ? ਕਹਿੰਦਾ 5 ਲੱਖ ਕਹਿ ਦਿਓ ਫਿਰ। ਆਪ ਵੀ ਗਰਬ ਗੁਰੂ ਤੇ ਪਾਵੋ। ਹਾਂ, ਤੇ ਕਹਿੰਦਾ ਇਹ ਵੀ ਨਾਲ ਸ਼ਰਤ ਰੱਖੋ ਵੀ ਹੁਣੇ ਹੁਣੇ ਦੇ 5 ਲੱਖ। ਮਹਾਰਾਜ ਨੂੰ ਆਖੋ ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣੇ 5 ਲੱਖ ਇੱਥੇ ਰੱਖੋ। ਸੁਨਤ ਖਾਲਸੇ ਸਗਲ ਵਿਚਾਰਿਓ। ਸੁਣ ਕੇ ਇਹ ਗੱਲ ਸਾਰੇ ਖਾਲਸਿਆਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ। ਆਪਸੀ ਮਸਲਤ ਸਲਾਹ ਮਸ਼ਵਰਾ ਕਰਕੇ, ਆਪਸੀ ਰਾਇਵਾੜੀ ਕਰਕੇ ਕਹਿਣ ਲੱਗੇ, ਕਹਿੰਦੇ ਹਾਂ ਵੀ ਖਾਲਸੇ ਦੀ ਗੱਲ ਤਾਂ ਠੀਕ ਹੈ ਵੀ ਗੁਰੂ ਸਾਹਿਬ ਨੂੰ ਆਪਾਂ ਜਿੰਨਾ ਕਹਿ ਦਿਆਂਗੇ ਉਹਨਾਂ ਨੇ ਉਹਨਾਂ ਧਨ ਦੇ ਦੇਣਾ ਹੈ। ਪਰ ਕਹਿੰਦੇ ਜੇ ਕੱਲ ਨੂੰ ਕਿਸੇ ਸਿੰਘ ਨੇ ਗਲਤੀ ਕਰ ਲਈ ਤੇ ਫੇਰ ਤਨਖਾਹ ਲਾਉਣੀ ਪੈਗੀ ਤੇ ਸਿੰਘ ਤਾਂ ਨਹੀਂ ਇੰਨਾ ਦੇ ਸਕਣੇ। ਹੁਣ ਸਾਰੇ ਹੀ ਅਮੀਰ ਤਾਂ ਨਹੀਂ ਹੈ, ਔਰ ਉਹਨਾਂ ਸਮਿਆਂ ਵਿੱਚ ਖਾਲਸਾ ਜੀ ਪੈਸਾ ਹੁੰਦਾ ਵੀ ਕਿੰਨਾ ਕੁ ਸੀ, ਮਾਇਆ ਹੁੰਦੀ ਵੀ ਕਿੰਨੀ ਕੁ ਸੀ। ਕਹਿੰਦੇ ਕੱਲ ਨੂੰ ਕੋਈ ਸਿੰਘ ਕਿਸੇ ਸਿੰਘ ਨੂੰ ਤਨਖਾਹ ਲਾਉਣੀ ਪੈ ਗਈ ਤੇ ਫਿਰ ਕਹਿੰਦੇ ਉਹ ਕਿਵੇਂ ਪੂਰਾ ਕਰੇਗਾ? ਕਹਿੰਦੇ ਕੋਈ ਦੇ ਸਕੂਗਾ? ਇਸ ਗੱਲ ਦੀ ਤਾਂ ਆਪਾਂ ਵਿਚਾਰ ਹੀ ਨਹੀਂ ਕੀਤੀ। ਇਸ ਕਰਕੇ ਖਾਲਸਾ ਜੀ ਜਿਹੜੀ ਗੱਲ ਉਚਿਤ ਬਣਦੀ ਹੈ, ਜਿਹੜੀ ਯੋਗ ਗੱਲ ਹੈ ਨਾ, ਕਹਿੰਦੇ ਉਹ ਗੱਲ ਕਰੋ ਇਸ ਵੇਲੇ। ਉਸ ਵੇਲੇ ਸਾਰਿਆਂ ਦੇ ਗੱਲ ਸਮਝ ਦੇ ਵਿੱਚ ਆ ਗਈ ਤੇ ਸਾਰਿਆਂ ਨੇ ਸਮਝ ਕੇ ਫਿਰ ਉਸ ਵੇਲੇ ਇਹ ਇੱਕ ਆਵਾਜ਼ ਕੀਤੀ, ਇੱਕ ਰਾਏ ਕਰ ਲਈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਧੰਨ ਮਹਾਰਾਜ। ਕਹਿੰਦੇ ਮਹਾਰਾਜ ਆਪ ਜੀ ਇਸ ਤਰ੍ਹਾਂ ਕਰੋ, ਫਿਰ ਖਾਲਸਾ ਪੰਥ ਵੱਲੋਂ ਤੁਹਾਨੂੰ ਜਿਹੜੀ ਤਨਖਾਹ ਲਾਈ ਜਾਂਦੀ ਹੈ ਨਾ, 125 ਰੁਪਈਆ ਦਿਓ। ਸਤਿਗੁਰ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਇਹਨਾਂ ਸਿੰਘਾਂ ਦੀ ਤਨਖਾਹ ਮਨਜ਼ੂਰ ਕਰ ਲਈ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕਹਿੰਦੇ ਜਿਹੜੇ ਪਹਿਲੇ ਸਿੰਘ ਨੇ ਕਹਿ ਦਿੱਤਾ ਸੀ ਨਾ, ਕਹਿੰਦੇ ਹੁਣ ਦੇਵਾਂਗੇ ਤਾਂ ਅਸੀਂ ਉਹ ਨਹੀਂ, ਪਰ ਕਹਿੰਦੇ ਤੁਸੀਂ ਅੱਗੇ ਵਾਸਤੇ ਖਿਆਲ ਰੱਖਣਾ ਹੈ ਵੀ ਜੇ ਕਿਸੇ ਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਨਾ ਤਾਂ ਉਹਨੂੰ ਬਹੁਤਾ ਦੰਡ, ਬਹੁਤੀ ਤਨਖਾਹ ਨਹੀਂ ਲਾਉਣੀ, ਬਹੁਤੀ ਕੋਈ ਕਰੜੀ ਸਜ਼ਾ ਨਹੀਂ ਦੇਣੀ। ਇਸ ਕਰਕੇ ਅੱਜ ਵੀ ਜਦੋਂ ਕੋਈ ਰਹਿਤ ਦੇ ਵਿੱਚ ਭੁੱਲ ਹੋ ਜਾਵੇ, ਪੰਜ ਪਿਆਰਿਆਂ ਨੂੰ ਗੁਰੂ ਰੂਪ ਸਮਝ ਕੇ ਅੰਮ੍ਰਿਤ ਸੰਚਾਰ ਵੇਲੇ ਜਦੋਂ ਸਿੰਘ ਜਾਂਦੇ ਆ ਨਾ ਪੰਜ ਪਿਆਰਿਆਂ ਕੋਲੇ, ਮਾਈ ਭਾਈ ਕੋਈ ਵੀ, ਉਸ ਵੇਲੇ ਕੋਈ ਫਿਰ ਜ਼ੋਰ ਜ਼ਬਰਦਸਤੀ ਬਹੁਤੀ ਤਨਖਾਹ ਨਹੀਂ ਲਾਉਂਦੇ, ਕੋਈ ਬਹੁਤੀ ਮਾਇਆ ਦੀ ਮੰਗ ਨਹੀਂ ਕਰਦੇ, ਕੋਈ ਬਹੁਤੀ ਲੰਮੀ ਚੌੜੀ ਸੇਵਾ ਨਹੀਂ। ਅੱਜ ਕਈ ਵਾਰ ਪੰਥ ਦੇ ਵਿੱਚ ਕੋਈ ਜ਼ਿੰਮੇਵਾਰ ਸ਼ਖਸੀਅਤਾਂ ਜਦੋਂ ਕੋਈ ਗਲਤੀ ਕਰ ਜਾਂਦੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸਜ਼ਾ ਜਾਂ ਤਨਖਾਹ ਜਿਹੜੀ ਗੁਰਮਤਿ ਅਨੁਸਾਰ ਲਾਈ ਜਾਂਦੀ ਹੈ ਤਾਂ ਉਹ ਫਿਰ ਉਸੇ ਰੀਤੀ ਨਾਲ ਹੀ ਲਾਈ ਜਾਂਦੀ ਹੈ ਵੀ ਭਾਈ ਇੰਨੇ ਦਿਨ ਜੋੜਾ ਘਰ ਦੇ ਵਿੱਚ ਸੇਵਾ ਕਰਨੀ ਹੈ, ਇੰਨੇ ਦਿਨ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨੀ ਹੈ, ਇੰਨੀ ਕੁ ਮਾਇਆ ਗੁਰੂ ਕੀ ਗੋਲਕ ਵਿੱਚ ਪਾ ਦੇਈ, ਇੰਨੇ ਦੀ ਕੜਾਹ ਪ੍ਰਸ਼ਾਦੀ ਦੇ ਕਰਾ ਦੇ। ਇਸ ਕਰਕੇ ਉਹ ਸੇਵਾ ਉਨੀ ਕੀ ਲਾਈ ਜਾਂਦੀ ਹੈ ਤੇ ਜਿਹੜੇ ਗੁਰਮਤਿ ਤੋਂ ਅਣਜਾਣ ਹੁੰਦੇ ਆ ਉਹ ਫਿਰ ਗੁਰੂ ਦੇ ਇਹਨਾਂ ਹੁਕਮਾਂ ਦੇ ਉੱਤੇ ਵੀ ਤਰਕ ਕੁਤਰਕ ਕਰਦੇ ਆ। ਕਹਿੰਦੇ ਜੀ ਗੁਰੂ ਘਰ ਦੇ ਵਿੱਚ ਆ ਜੋੜੇ ਝਾੜਨ ਦੀ ਸੇਵਾ ਤਾਂ ਰੋਜ਼ ਅਸੀਂ ਵੀ ਕਰਦੇ ਆ, ਇਹਦਾ ਮਤਲਬ ਸਾਨੂੰ ਤਨਖਾਹ ਲੱਗੀ ਹੋਈ ਹੈ, ਅਸੀਂ ਸਜ਼ਾ ਭੋਗ ਰਹੇ ਹਾਂ। ਇਹ ਗੁਰਮਤਿ ਦੇ ਆਸ਼ੇ ਨੂੰ ਜਿਹੜੇ ਲੋਕ ਸਮਝਦੇ ਨਹੀਂ ਜਾਂ ਜਾਣ ਬੁੱਝ ਕੇ ਗੁਰਮਤਿ ਸਿਧਾਂਤਾਂ ਦਾ ਮਜ਼ਾਕ ਉਡਾਉਣ ਵਾਲੇ ਜਿਹੜੇ ਲੋਕ ਹੈ ਉਹ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਆ। ਇਸ ਕਰਕੇ ਹਮੇਸ਼ਾ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਤੇ ਗੁਰੂ ਘਰ ਦੇ ਵਿੱਚ ਜਿਹੜੀ ਤਨਖਾਹ ਲਾਈ ਜਾਂਦੀ ਹੈ, ਕਿਸੇ ਨੂੰ ਸਜ਼ਾ ਲਾਈ ਜਾਂਦੀ ਹੈ, ਉਹ ਕੋਈ ਬਹੁਤਾ ਸਰੀਰਕ ਕਸ਼ਟ ਨਹੀਂ ਦਿੱਤਾ ਜਾ ਸਕਦਾ ਔਰ ਇਸੇ ਤਰ੍ਹਾਂ ਹੀ ਕੋਈ ਬਹੁਤੇ ਧਨ ਮਾਇਆ ਦੀ ਮੰਗ ਨਹੀਂ ਕੀਤੀ ਜਾ ਸਕਦੀ। ਸੋ ਇੰਨੀ ਕੀ ਜਿਹੜੀ ਤਨਖਾਹ ਸਿੰਘਾਂ ਨੇ ਸਾਰਿਆਂ ਨੇ ਵਿਚਾਰ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਜੀ 125 ਰੁਪਈਆ ਆਪ ਜੀ ਇਹ ਤਨਖਾਹ ਆਪ ਜੀ ਖਾਲਸੇ ਨੂੰ ਭਰ ਦਿਓ। ਹਰਜਾਨਾ ਜਿਹੜੀ ਤੁਸੀਂ ਗਲਤੀ ਕੀਤੀ ਹੈ ਇਹ ਮੱਟ ਦੇ ਵੱਲ ਕਮਾਨ ਝੁਕਾ ਕੇ ਮੱਥਾ ਟੇਕਣ ਦੀ, ਨਮਸਕਾਰ ਕਰਨ ਦੀ,
ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਵੀ ਸਿੰਘਾਂ ਨੂੰ ਬਹੁਤ ਜ਼ਿਆਦਾ ਸੇਵਾ ਕੀਤੀ। ਸਿੰਘਾਂ ਨੇ ਕਰ ਕਾਰ ਲਗਾਇਓ। ਉਹਨਾਂ ਸਿੰਘਾਂ ਨੇ ਇਹ ਜਿਹੜੀ ਸੇਵਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਔਰ ਕਾਰ ਸੇਵਾ ਦੇ ਵਿੱਚ ਪਾ ਦਿੱਤੀ, ਸੰਗਤਾਂ ਦੀ ਸੇਵਾ ਵਾਸਤੇ ਰੱਖੀ। ਲੰਗਰ ਕੋ ਤੰਬੂ ਬਣਵਾਇਓ। ਕੀ ਕੀਤਾ? ਉਹ ਸੇਵਾ ਦੇ ਨਾਲ ਗੁਰੂ ਘਰ ਦੇ ਵਾਸਤੇ ਹੀ, ਗੁਰੂ ਕੇ ਲੰਗਰਾਂ ਵਾਸਤੇ ਉਸ ਸੇਵਾ ਦੇ ਨਾਲ, ਉਸ ਮਾਇਆ ਦੇ ਨਾਲ ਤੰਬੂ ਖਰੀਦੇ। ਹਿਰਦੇ ਪ੍ਰਸੰਨ ਕਿਰਪਾ ਨਿਤ ਤਬੈ। ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਵੀ ਖਾਲਸਾ ਸੁਚੇਤ ਹੈ, ਸਾਵਧਾਨ ਹੈ, ਐਵੇਂ ਵੇਸਲਾ ਨਹੀਂ ਹੈ। ਜਿਸ ਤਰ੍ਹਾਂ ਦਾ ਮੈਂ ਇਹਨਾਂ ਨੂੰ ਬਣਾਉਣਾ ਚਾਹੁੰਦਾ ਸੀ ਉਸ ਤਰ੍ਹਾਂ ਇਹ ਗੁਰੂ ਕਾ ਖਾਲਸਾ ਉਹਨਾਂ ਪੈੜ ਚਿੰਨ੍ਹਾਂ ਦੇ ਉੱਤੇ ਚੱਲ ਪਿਆ। ਖਾਲਸਾ ਜੀ ਸੋਚੋ, ਅੱਜ ਦਾ ਕੋਈ ਡੇਰੇਦਾਰ ਹੁੰਦਾ, ਕੋਈ ਗੁਰੂ ਕਹਾਉਣ ਵਾਲਾ ਹੁੰਦਾ ਤੇ ਸਾਹਮਣੇ ਬੈਠ ਕੇ ਉਹਦੇ ਚੇਲੇ ਕਹਿੰਦੇ ਵੀ ਆਪਾਂ ਆਪਣੇ ਆ ਗੁਰੂ ਨੂੰ ਸਜ਼ਾ ਲਾਉਣੀ ਹੈ, ਕਿ ਉਹ ਬਰਦਾਸ਼ਤ ਕਰਦਾ? ਉਹਨੇ ਜਦ ਹੀ ਕਹਿ ਦੇਣਾ ਸੀ ਦੂਜਿਆਂ ਨੂੰ ਵੀ ਆ ਜਿਹੜੇ 5-4 ਜ਼ਿਆਦਾ ਮੁਖੀ ਬਣੇ ਫਿਰਦੇ ਆ ਨਾ, ਰਾਤ ਨੂੰ ਇਹਨਾਂ ਦਾ ਕੰਡਾ ਕੱਢ ਦਿਓ, ਭੜਕਾ ਦਿਓ ਰਾਤ ਨੂੰ ਇਹਨਾਂ ਨੂੰ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਨੇ ਸਿਰਫ ਬਚਨ ਕੀਤੇ ਹੀ ਨਹੀਂ, ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਹਉ ਕਰੋ ਨਿਵਾਸ, ਉਹਨਾਂ ਬਚਨਾਂ ਦੇ ਉੱਤੇ ਫੁੱਲ ਵੀ ਚੜਾਏ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰੂ ਵੀ ਬਣੇ ਆ ਉਸੇ ਟਾਈਮ ਦੇ ਵਿੱਚ, ਤੇ ਜਿਸ ਦਿਨ ਚੇਲਾ ਬਣਨ ਦੀ ਗੱਲ ਆਈ ਉਸ ਦਿਨ ਚੇਲੇ ਵੀ ਬਣੇ ਆ, ਉਸ ਦਿਨ ਤਨਖਾਹ ਵੀ ਲਵਾ ਰਹੇ ਆ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਭਇਓ ਸੁਚੇਤ ਖਾਲਸਾ ਅਬੈ। ਸਤਿਗੁਰੂ ਜੀ ਖੁਸ਼ ਹਨ ਕਿ ਖਾਲਸਾ ਹੁਣ ਬੜਾ ਸੁਚੇਤ ਸਾਵਧਾਨ ਹੋ ਗਿਆ ਹੈ। ਪੰਜ ਸਹਿ ਕੀ ਭੇਟ ਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਕਹਿੰਦੇ ਆ 125 ਮਹਾਰਾਜ ਕਹਿੰਦੇ ਨਹੀਂ, ਜਿਹੜਾ ਪਹਿਲਾਂ ਵਚਨ ਕੀਤਾ ਸੀ ਨਾ ਤੁਸੀਂ, ਹੁਣ 500 ਰੁਪਇਆ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭੇਟ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਿੱਖਾਂ ਨੂੰ ਤਨਖਾਹ, ਜੋ ਉਹਨਾਂ ਨੂੰ ਸਜ਼ਾ ਸਿੱਖਾਂ ਨੇ ਤਨਖਾਹ ਲਾਈ ਸੀ, ਉਹ ਦਿੱਤੀ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਉਂ ਭਾਈ, ਗੁਰੂ ਘਰ ਦੇ ਵਿੱਚੋਂ 5 ਪਿਆਰੇ ਜੇ ਇਹ ਸੇਵਾ ਲਾ ਦੇਣ ਤੇ ਕੋਈ ਆਕੀ ਹੋ ਕੇ ਉਹ ਸੇਵਾ ਨੂੰ ਨਾ ਮੰਨੇ। ਜਿਵੇਂ ਅੱਜ ਕੱਲ ਇਹ ਟ੍ਰੈਂਡ ਬਹੁਤ ਚੱਲ ਪਿਆ ਜੀ, ਕਿਹੜੇ ਜਥੇਦਾਰ, ਕਿਹੜਾ ਅਕਾਲ ਤਖਤ, ਸਾਨੂੰ ਪੁੱਛਣ ਵਾਲਾ ਕੌਣ ਬਣਦਾ, ਕੌਣ ਹੁੰਦਾ? ਬੜੇ ਆ, ਬੜਿਆਂ ਦਾ ਦਿਮਾਗ ਗਾਂ ਪ੍ਰਚਾਰ ਕਰ ਕਰਕੇ ਵੀ ਖਰਾਬ ਕਰਦੇ ਆ। ਸੋ ਇਹੋ ਜਿਹੇ ਜਿਹੜੇ ਕੋਈ ਆਕੀ ਹੁੰਦੇ ਆ ਨਾ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਬਤ ਇਹ ਬਚਨ ਕੀਤਾ। ਕਹਿੰਦੇ ਭਾਈ ਗੁਰੂ ਕੇ ਸਿੱਖ ਜੇ ਕਹਿੰਦੇ ਤਨਖਾਹ ਲਾ ਵੀ ਦੇਣ ਨਾ 5 ਪਿਆਰੇ, ਕਿਸੇ ਗਲਤੀ ਕਿਸੇ ਭੁੱਲ ਦਾ ਕਰਕੇ, ਕਹਿੰਦੇ ਅਸੀਂ ਜਿਵੇਂ ਇਹ 500 ਰੁਪਇਆ ਦੇ ਦਿੱਤਾ ਹੈ, ਇਸੇ ਤਰ੍ਹਾਂ ਸਾਰਿਆਂ ਨੂੰ ਦੇਣਾ ਬਣਦਾ, ਪਰ ਜਿਹੜੇ ਨਹੀਂ ਦਿੰਦੇ ਕਹਿੰਦੇ ਉਹਨਾਂ ਦੀ ਸਾਰੀ ਪੂੰਜੀ, ਉਹਨਾਂ ਦਾ ਸਭ ਕੁਝ ਨਾਸ਼ ਹੋ ਜਾਏਗਾ, ਸਵਾਹ ਹੋ ਜਾਵੇਗਾ। ਇੰਨੇ ਸਮੇਂ ਦੇ ਵਿੱਚ ਸਾਧ ਸੰਗਤ ਜੀ, ਇਹ ਜਿਹੜੇ ਸਾਧੂ ਮਹਾਤਮਾ ਸਨ, ਮਹੰਤ ਜੈਤ ਰਾਮ ਜੀ, ਇਹ ਆ ਗਏ। ਮਹੰਤ ਜੈਤ ਰਾਮ ਆਪਣੇ ਸਾਧੂਆਂ ਦੇ ਸਮੁਦਾਇ ਟੋਲੇ ਦੇ ਨਾਲ, ਆਪਣੀ ਮੰਡਲੀ ਨਾਲ ਆ ਪਹੁੰਚਿਆ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਇਹਨਾਂ ਨੇ ਸਾਰੀਆਂ ਰਸਤਾਂ ਲਾ ਦਿੱਤੀਆਂ, ਉੱਥੇ ਰੱਖ ਦਿੱਤਾ ਸਾਰਾ ਲੰਗਰ ਦਾ ਸਮਾਨ, ਚੌਲ ਚੂਨ ਆਟਾ ਵਗੈਰਾ ਜੋ ਵੀ ਬੰਨ ਕੇ ਪੰਡਾ ਇਹਨਾਂ ਨੇ ਲਿਆ ਕੇ ਪੋਟਲੀਆਂ ਰੱਖੀਆਂ। ਇਸੇ ਤਰ੍ਹਾਂ ਘ੍ਰਿਤ ਘਿਓ ਮਿਸ਼ਟਾਨ ਮਿੱਠਾ ਜੋ ਸੀ ਉਹ ਲਿਆ ਕੇ ਚੰਗਾ ਵਧੀਆ ਰੱਖਿਆ। ਕਿਰਪਾ ਦੇ ਸਾਗਰ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਦੇ ਅੱਗੇ ਲਿਆ ਕੇ ਉਹਨਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਉਸ ਤੋਂ ਬਾਅਦ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਲ ਦੇ ਜਿੰਨੇ ਬਾਜ ਸੀ ਸਤਿਗੁਰੂ ਜੀ ਦੇ ਕੋਲੇ, ਜਿੱਥੇ ਉਹ ਬੈਠੇ ਹਨ, ਮਹੰਤ ਜੈਤ ਰਾਮ ਸਤਿਗੁਰੂ ਜੀ ਦੇ ਬਾਜਾਂ ਦੇ ਕੋਲ ਜਾ ਬੈਠਿਆ, ਉਹਨਾਂ ਦੇ ਅੱਗੇ ਹੱਥ ਜੋੜ ਲਏ। ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਾਜਾਂ ਨੂੰ ਬੇਨਤੀ ਕਰਨ ਲੱਗਾ। ਕਹਿਣ ਲੱਗਾ, ਹੇ ਕਲਗੀਧਰ ਪਾਤਸ਼ਾਹ ਦੇ ਬਾਜੋ, ਤੁਸੀਂ ਬਹੁਤ ਸੁਜਾਨੇ, ਬੜੇ ਸਿਆਣੇ ਹੋ।
ਔਰ ਤੁਸੀਂ ਐਵੇਂ ਨਹੀਂ ਸਤਿਗੁਰੂ ਜੀ ਦੇ ਕੋਲੇ ਆ ਗਏ, ਤੁਹਾਡੇ ਕੋਈ ਪਿਛਲੇ ਜਨਮਾਂ ਦੇ ਬਹੁਤ ਚੰਗੇ ਕਰਮ ਕੀਤੇ ਹਨ, ਜਿਤੇ ਕਰ ਸਪਰਸ਼ ਗੁਰ ਕੀ, ਜਿਸ ਕਰਕੇ ਤੁਹਾਨੂੰ ਸਤਿਗੁਰੂ ਜੀ ਦੇ ਹੱਥਾਂ ਦੀ, ਸਤਿਗੁਰੂ ਜੀ ਦੇ ਪਵਿੱਤਰ ਹਸਤ ਕਮਲਾਂ ਦੀ ਸ਼ੋਭ ਪ੍ਰਾਪਤ ਹੁੰਦੀ ਹੈ। ਸਾਰੀ ਦੁਨੀਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਤਮਸਤਕ ਹੁੰਦੀ ਹੈ। ਪਰ ਦੇਖੋ ਖਾਲਸਾ ਜੀ, ਇਹਨਾਂ ਜੀਵਾਂ ਨੇ, ਇਹਨਾਂ ਬਾਜਾਂ ਨੇ ਕਿੰਨੇ ਚੰਗੇ ਕਰਮ ਕੀਤੇ ਹੋਣਗੇ। ਇਹਨਾਂ ਬਾਜਾਂ ਦੇ ਚਰਨ, ਇਹਨਾਂ ਬਾਜਾਂ ਦੇ ਪੈਰ ਸਤਿਗੁਰੂ ਜੀ ਦੇ ਹੱਥਾਂ ਨੂੰ ਸਪਰਸ਼ ਕਰਦੇ। ਕਿੰਨੇ ਚੰਗੇ ਕਰਮ। ਆਪਾਂ ਸਾਰੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਆ, ਇਹ ਬਾਜ ਸਤਿਗੁਰੂ ਜੀ ਦੇ ਹੱਥ ਦੇ ਉੱਤੇ ਬਹਿੰਦੇ ਆ। ਮਹੰਤ ਜੈਤ ਰਾਮ ਜੀ ਕਹਿੰਦੇ, ਵੱਡਿਆਂ ਭਾਗਾਂ ਦੇ ਕਰਕੇ, ਕੋਈ ਪੂਰਬਲੇ ਕਰਮਾਂ ਕਰਕੇ ਤੁਹਾਨੂੰ ਸਤਿਗੁਰਾਂ ਦੇ ਹਸਤ ਕਮਲਾਂ ਦੀ ਸ਼ੋਭ ਪ੍ਰਾਪਤ ਹੈ। ਸਾਧਨ ਕੋ ਲਗੋ ਸਤਾਨਾ, ਕਹਿੰਦੇ ਅਸੀਂ ਤੁਹਾਨੂੰ ਇੱਥੇ ਮਾਸ ਤਾਂ ਨਹੀਂ ਦੇ ਸਕਦੇ। ਮਹੰਤ ਜੈਤ ਰਾਮ ਸਤਿਗੁਰੂ ਦੇ ਬਾਜਾਂ ਅੱਗੇ ਅਰਦਾਸ ਕਰ ਰਿਹਾ, ਗਲ ਵਿੱਚ ਪੱਲਾ ਪਾ ਕੇ। ਕਹਿੰਦਾ ਜਾਣ ਲਓ ਵੀ ਇਹ ਤਾਂ ਸਾਧੂ ਮਹਾਤਮਾ ਦਾ ਅਸਥਾਨ ਹੈ, ਜਿਨੋ ਅਹਿੰਸ ਧਰਮ ਮਨ ਠਾਨਾ, ਔਰ ਜਿਹੜੇ ਸਾਧੂਆਂ ਦੇ ਮਨ ਦੇ ਵਿੱਚ ਅਹਿੰਸਾ ਪਰਮੋ ਧਰਮਾ, ਅਹਿੰਸਾ ਨੂੰ ਅਸੀਂ ਵੱਡਾ ਧਰਮ ਮੰਨਦੇ ਹਾਂ। ਕਰਿਓ ਚਾਹੇ ਪ੍ਰਭ ਕੀ ਪਾਈ, ਅਸੀਂ ਵੈਸ਼ਨੋ ਐ, ਪਰ ਸਾਡੇ ਮਨ ਦੀ ਭਾਵਨਾ ਅਸੀਂ ਸਤਿਗੁਰੂ ਜੀ ਦੀ ਪ੍ਰਾਹੁਣਚਾਰੀ ਕਰਨੀ ਚਾਹੁੰਦੇ ਹਾਂ, ਸਤਿਗੁਰੂ ਜੀ ਦੀ ਮੇਜ਼ਬਾਨੀ, ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੁੰਦੇ ਹਾਂ। ਕਮਲ ਰਹੀ ਬਾਦ ਅਵਿਆਈ, ਤੇ ਹੁਣ ਗੱਲ ਤੁਹਾਡੇ ਤੇ ਆ ਕੇ ਰੁਕ ਗਈ ਹੈ। ਮਹਾਰਾਜ ਨੇ ਬਚਨ ਐਸੇ ਕਰਤੇ ਆ ਵੀ ਪਹਿਲਾਂ ਬਾਜਾਂ ਨੂੰ ਛਕਾ ਦਿਓ, ਬਾਜਾਂ ਨੂੰ ਰਜਾ ਦਿਓ, ਫਿਰ ਅਸੀਂ ਛਕਣਾ। ਹੁਣ ਸਾਡੀ ਇੱਜ਼ਤ ਤਾਂ ਤੁਹਾਡੇ ਹੱਥ ਹੈ, ਤੁਹਾਡੇ ਤੇ ਗੱਲ ਆ ਕੇ ਅਟਕ ਗਈ। ਅਨ ਹਾਰਿਆ ਜੇ ਤੁਮ ਕਰੀਐ, ਕਹਿੰਦੇ ਸਤਿਗੁਰੂ ਜੀ ਦੇ ਬਾਜੋ ਤੁਸੀਂ ਭੋਜਨ ਜਿਹੜਾ ਆਪਣਾ, ਜਿਹੜਾ ਤੁਹਾਡਾ ਬਣਿਆ ਹੋਇਆ ਹੈ ਸ੍ਰਿਸ਼ਟੀ ਦੇ ਨਿਯਮ ਦੇ ਮੁਤਾਬਕ, ਉਹ ਮਾਸ ਤਾਂ ਰੋਜ਼ ਹੀ ਖਾਂਦੇ ਹੋ। ਅੱਜ ਸਾਡੀ ਬੇਨਤੀ ਮੰਨ ਲਓ, ਅੱਜ ਆਹਾਰ, ਅੱਜ ਜਿਹੜਾ ਅਨਾਜ ਸਾਡਾ ਛਕ ਲਓ। ਅੱਜ ਦਾ ਦਿਨ ਤੁਸੀਂ ਕਿਰਪਾ ਕਰੋ ਵੀ ਮਾਸ ਦਾ ਜਿਹੜਾ ਫੁਰਨਾ ਉਹ ਮਨ ਦੇ ਵਿੱਚ ਹੀ ਨਾ ਲਿਆਵੋ। ਇਹ ਸ਼੍ਰੀ ਦਾਦੂ ਸੰਤ ਜੀ ਦਾ ਭੰਡਾਰਾ ਹੈ। ਇੱਥੇ ਹਜ਼ਾਰਾਂ ਲੋਕ ਆ ਕੇ ਭੋਜਨ ਛਕਦੇ ਆ, ਤੇ ਹਜ਼ਾਰਾਂ ਜਿਹੜੇ ਸਿੰਘ ਮਹਾਰਾਜ ਦੇ ਨਾਲ ਇਹਨਾਂ ਨੇ ਵੀ ਛਕਣਾ ਜੇ ਤੁਸੀਂ ਛਕੋਗੇ। ਸਾਡੇ ਕੋਲੇ ਤਾਂ ਬਸ ਆਹੀ ਭੋਜਨ ਆ, ਸਾਧਾਂ ਕੋਲੇ ਜਵਾਰ ਆ, ਸਾਡੇ ਕੋਲੇ ਜਾਂ ਬੱਕਲੀਆਂ ਬਣਾਈਆਂ ਹੋਈਆਂ ਬਾਜਰੇ ਦੀਆਂ। ਸੋ ਕਹਿੰਦੇ ਇਹਨਾਂ ਨੂੰ ਹੀ ਜੇਵ ਲੋ, ਇਹਨਾਂ ਨੂੰ ਛਕੋ। ਇਸ ਤਰ੍ਹਾਂ ਸਤਿਗੁਰੂ ਜੀ ਦੇ ਬਾਜਾਂ ਦੇ ਅੱਗੇ ਇਹਨਾਂ ਨੇ ਆ ਬੱਕਲੀਆਂ, ਬਾਜਰਾ ਇਤਿਆਦਿਕ ਹੀ ਬਖੇਰ ਦਿੱਤਾ, ਇਹਨਾਂ ਦੇ ਛਕਣ ਵਾਸਤੇ ਅੱਗੇ ਰੱਖਿਆ। ਉਸ ਵੇਲੇ ਸਾਧ ਸੰਗਤ ਜੀ, ਉਹ ਪੰਛੀ ਜਿਹੜੇ ਕੋਈ ਆਮ ਥੋੜੀ ਸੀ, ਕਲਗੀਧਰ ਸੱਚੇ ਪਾਤਸ਼ਾਹ ਦੇ ਬਾਜ ਸੀ। ਸਤਿਗੁਰੂ ਸਭ ਦੀਆਂ ਸੁਣਦਾ ਹੈ, ਤੇ ਉਹਨਾਂ ਨੂੰ ਵੀ ਇੰਨੀ ਤਾਂ ਸੋਝੀ ਹੈ ਹੀ ਨਾ। ਉਹਨਾਂ ਨੇ ਉਸੇ ਵੇਲੇ ਇਹ ਸਾਧੂ ਦੀ ਬੇਨਤੀ ਮੰਨ ਲਈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਾਜਾਂ ਨੇ ਇਹਨਾਂ ਸਾਧੂਆਂ ਦੀ ਬੇਨਤੀ ਪ੍ਰਵਾਨ ਕੀਤੀ। ਜਿਹੜਾ ਅੰਨ ਇਹਨਾਂ ਨੇ ਰੱਖ ਦਿੱਤਾ ਸੀ ਖਾਲਸਾ ਜੀ, ਮਾਸ ਖੋਰਾ ਜੀਵ ਹੈ ਬਾਜ, ਮਾਸ ਤੋਂ ਬਿਨਾਂ ਜਿਉਂਦਾ ਨਹੀਂ ਰਹਿੰਦਾ। ਅੰਨ ਨੂੰ ਤਾਂ ਮੂੰਹ ਨਹੀਂ ਲਾਉਂਦਾ, ਉਧਰ ਨੂੰ ਚੁੰਝ ਨਹੀਂ ਕਰਦਾ। ਪਰ ਇੱਥੇ ਐਸਾ ਕੌਤਕ ਵਰਤਿਆ ਕਿ ਬਾਜਾਂ ਨੇ ਇਹਨਾਂ ਸਾਧੂਆਂ ਦਾ ਜਿਹੜਾ ਅੰਨ ਬਾਜਰਾ ਸੀ ਨਾ, ਬੱਕਲੀਆਂ ਸੀ, ਉਹ ਛਕੀਆਂ। ਸਾਰੇ ਸਿੰਘ ਜਿਹੜੇ ਕਈ ਉੱਥੇ ਦੇਖਦੇ ਭਏ, ਦੇਖਣ ਲੱਗੇ। ਸਾਰਾ ਪ੍ਰਸੰਗ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਸਾਰੀ ਗੱਲਬਾਤ ਦੱਸੀ ਵੀ ਮਹਾਰਾਜ ਬਾਜ ਰੋਜ਼ ਆਪਾਂ ਉਹਨਾਂ ਨੂੰ ਮਾਸ ਤਾਮਾ ਖਵਾਉਨੇ ਆ, ਤੇ ਅੱਜ ਉਹਨਾਂ ਨੇ ਸਾਧੂਆਂ ਦੀ ਬੇਨਤੀ ਮੰਨ ਕੇ ਆ ਅਨਾਜ ਹੀ ਛਕ ਲਿਆ ਹੈ। ਹੇ ਸਤਿਗੁਰ ਸੱਚੇ ਪਾਤਸ਼ਾਹ, ਦੇਖੋ ਆ ਕਿੰਨਾ ਅਜੀਬ ਕੌਤਕ ਹੋਇਆ, ਬਾਜਾਂ ਨੇ ਜਵਾਰ ਬਾਜਰਾ ਹੀ ਛਕ ਲਿਆ। ਮਹਾਰਾਜ ਜਿਉਂ ਹੀ ਉਹਨੇ ਬੇਨਤੀ ਉਚਾਰਨ ਕੀਤੀ, ਬਾਜਾਂ ਨੇ ਮਿੰਟ ਨਹੀਂ ਲਾਇਆ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਬਚਨ ਕੀਤਾ। ਕਹਿੰਦੇ ਭਾਈ ਚਲੋ, ਜੇ ਸਾਡੇ ਬਾਜਾਂ ਨੇ ਛਕ ਲਿਆ ਤੇ ਫਿਰ ਕਹਿੰਦੇ ਆ ਜਿਹੜੀਆਂ ਰਸਤਾਂ ਬਸਤਾਂ ਗੁਰੂ ਕੇ ਲੰਗਰ ਵਾਸਤੇ ਸਾਧੂ ਲੈ ਕੇ ਆਏ ਆ, ਇਹ ਵੀ ਲੈ ਲਓ। ਉਸ ਵੇਲੇ ਮਹੰਤ ਜੈਤ ਰਾਮ ਜੀ ਨੇ ਸਾਰੀ ਰਸਤ ਸਤਿਗੁਰੂ ਨੂੰ ਭੇਟ ਕੀਤੀ। ਜਿੰਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਾਂਗਰੀ ਸੀ, ਉਹਨਾਂ ਨੇ ਸਾਰੀ ਇਹ ਰਸਤ ਬਸਤ ਸੰਭਾਲ ਲਈ।
ਕਿਰਪਾਲਾ। ਬਹੁਤ ਜਲਦੀ ਸ਼ੀਘਰਤਾ ਦੇ ਨਾਲ ਗੁਰੂ ਕੇ ਖਾਲਸਿਆਂ ਨੇ ਹੱਥੋਂ ਹੱਥੀ ਲੰਗਰ ਤਿਆਰ ਕੀਤਾ। ਪ੍ਰਥਮ ਪਰੋਸਿਓ ਥਾਲ ਵਿਸਾਲਾ। ਪਹਿਲਾਂ ਇਹਨਾਂ ਨੇ ਇੱਕ ਥਾਲ ਜਿਹੜਾ ਵੱਡਾ ਸੀ ਉਹ ਪਰੋਸਿਆ ਖਾਣੇ ਦਾ। ਸਗਲ ਆਹਾਰ ਪਾਏ ਸਮੁਦਾਈ। ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੋਗ ਲਵਾਇਆ, ਸਤਿਗੁਰੂ ਨੂੰ ਛਕਾ ਕੇ ਫਿਰ ਸਾਰੇ ਸਿੰਘਾਂ ਨੇ, ਸਾਰੀਆਂ ਸੰਗਤਾਂ ਨੇ ਛਕਿਆ। ਕਿਰਪਾ ਨਿਧਾਨ ਹੇਤ ਸੋ ਰਿਹਾਈ। ਸਾਰਾ ਕੁਝ ਪਾ ਕੇ ਜੋ ਜੋ ਪਦਾਰਥ ਤਿਆਰ ਕੀਤਾ ਸੀ, ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਰੁਚੀ ਦੇ ਮੁਤਾਬਕ ਜਿੰਨਾ ਚਾਹੀਦਾ ਸੀ ਯਥਾਯੋਗ ਭੋਜਨ ਛਕ ਲਿਆ। ਫਿਰ ਸਾਰੇ ਸਿੰਘਾਂ ਵਿੱਚ ਲਾਂਗਰੀ ਸਿੰਘਾਂ ਨੇ ਵਰਤਾਇਆ। ਮਨ ਭਾਉਂਦਾ ਸਾਰਿਆਂ ਨੇ ਛਕਿਆ, ਛਕ ਕੇ ਜਿੰਨੀ ਜਿੰਨੀ ਲੋੜ ਸੀ ਆਪਣੀ ਭੁੱਖ ਮਿਟਾ ਲਈ। ਇਸ ਪ੍ਰਕਾਰ ਫਿਰ ਸਾਰਿਆਂ ਨੇ ਜਥਾ ਯੋਗ ਛਕ ਕੇ ਜਿੰਨਾ ਜਿੰਨਾ ਛਕਣਾ ਚਾਹੀਦਾ ਸੀ, ਸਾਰਿਆਂ ਨੇ ਆਪਣੀ ਰਾਤ ਬੜੇ ਸੁੱਖ ਨਾਲ ਬਤੀਤ ਕੀਤੀ। ਜਿਹੜੀ ਇਹਨਾਂ ਨੂੰ ਥਕਾਵਟ ਹੋਈ ਸੀ ਉਹ ਦੂਰ ਕੀਤੀ। ਸੋ ਸਾਰਿਆਂ ਨੂੰ ਥੱਕੇ ਹੋਏ ਜਾਣ ਕੇ ਸਤਿਗੁਰੂ ਕਿਰਪਾਲੂ ਜੀ ਨੇ ਇਸ ਸੁੰਦਰ ਜਗ੍ਹਾ ਦੇ ਉੱਤੇ ਮੁਕਾਮ ਕੀਤਾ, ਟਿਕਾਣਾ ਕੀਤਾ। ਨੇੜੇ ਨੇੜੇ ਦੇ ਹੋਰ ਵੀ ਬਹੁਤ ਸਾਰੇ ਲੋਕ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਏ। ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕ ਕੇ ਸਾਰਿਆਂ ਨੇ ਦਰਸ਼ਨ ਪਰਸ਼ਨ ਕੀਤੇ। ਸੋ ਸਾਧੂਆਂ ਦੇ ਨਾਲ ਵੀ, ਇਹਨਾਂ ਸੰਤਾਂ ਦੇ ਨਾਲ ਵੀ ਚੰਗਾ ਵਧੀਆ ਸੋਹਣਾ ਸੰਵਾਦ ਰਚਾਇਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮੁੱਦਤਾਂ ਤੱਕ ਇਹ ਸਾਰੇ ਸਾਧੂ ਬੜਾ ਜਸ ਉਚਾਰਨ ਕਰਦੇ ਰਹੇ, ਵਡਿਆਈ ਕਰਦੇ ਰਹੇ। ਉਹ ਦਿਨ ਤੇ ਉਹ ਰਾਤ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਸਿੰਘਾਂ ਸਮੇਤ ਬਤੀਤ ਕੀਤੀ। ਸਵੇਰ ਵੇਲਾ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਅਗਾਂਹ ਦੀ ਤਿਆਰੀ ਕਰਵਾ ਲਈ। ਅਗਾਂਹ ਨੂੰ ਜਿਵੇਂ ਸਤਿਗੁਰੂ ਜੀ ਜਿੱਥੇ ਚਾਲਾ ਮਾਰਦੇ ਐ ਔਰ ਜਿਵੇਂ ਇਹਨਾਂ ਸਾਧੂਆਂ ਤੋਂ ਵਿਦਾਇਗੀ ਲੈਣਗੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ ਕੱਲ ਦੇ ਦੀਵਾਨ ਦੇ ਵਿੱਚ ਆਪ ਸਤਿਗੁਰੂ ਜੀ ਸਾਨੂੰ ਇਹ ਵਿਚਾਰ ਸਾਰਿਆਂ ਨੂੰ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਦੇ ਹੋਏ ਆਓ ਆਪਾਂ ਇਹ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਇਤਿਹਾਸ ਦੀ ਸੋਝੀ ਬਖਸ਼ਿਸ਼ ਕਰਨ ਔਰ ਆਪਣੇ ਬਚਨਾਂ ਦੇ ਉੱਤੇ ਚੱਲਣ ਦਾ ਬਲ ਬਖਸ਼ਣ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਗਜਾਈਏ ਜੀ। ਸੋ ਜਨ ਜਾਮਨ ਤਹਾਂ ਬਿਤਾਈ। ਭਾਈ ਪ੍ਰਾਤ ਤਿਆਰੀ ਕਰਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ